गुड इवनिंग एवरीवन। आज का देखो जो अपना फर्स्ट क्वेश्चन है दैट इज योर क्वेश्चन नंबर 26। क्वेश्चन नंबर 26 देखो ਇਲੈਕਟ੍ਰੋਕੈਮਿਸਟਰੀ ਤੋਂ ਆਇਆ ਹੋਇਆ ਹੈ, ਜਿਹਦੇ ਵਿੱਚ ਤੁਹਾਡੇ ਡੈਨੀਅਲ ਸੈੱਲ ਦੀ ਗੱਲ ਕੀਤੀ ਗਈ ਹੈ ਤੇ ਡੈਨੀਅਲ ਸੈੱਲ ਦੇ ਵਿੱਚ ਆਪਾਂ ਜ਼ਿੰਕ ਤੇ ਕਾਪਰ ਦਾ ਇਲੈਕਟ੍ਰੋਡ ਲੈਣੇ ਹਾਂ। ਦੈਟ ਇਜ਼ ਐਨ ਇੰਪੋਰਟੈਂਟ ਕੁਐਸਚਨ, ਪੇਪਰ 'ਚ ਪੁੱਛ ਸਕਦੇ ਨੇ ਕਿ ਜੋ ਤੁਹਾਡਾ ਡੈਨੀਅਲ ਸੈੱਲ ਹੈ ਉਹਦੇ ਵਿੱਚ ਆਪਾਂ ਜੋ ਇਲੈਕਟ੍ਰੋਡ ਲੈਣੇ ਹਾਂ ਉਹਦੇ ਵਿੱਚ ਕਿਹੜੇ ਮੈਟਲ ਇਨਕਲੂਡਡ ਹੁੰਦੇ ਨੇ। ਤਾਂ ਫਸਟ ਕੁਐਸਚਨ ਤੁਹਾਡਾ ਇਹੀ ਬਣਦਾ ਹੈ। ਸੋ ਡੈਨੀਅਲ ਸੈੱਲ ਦੇ ਵਿੱਚ ਤੁਹਾਡਾ ਜ਼ਿੰਕ ਤੇ ਕੋਪਰ ਇਲੈਕਟ੍ਰੋਡ ਯੂਜ਼ ਕਰਦੇ ਹੋ, ਜਿਹਦੇ ਵਿੱਚ ਜੋ ਤੁਹਾਡਾ ਜ਼ਿੰਕ ਹੈ ਦੈਟ ਐਕਟ ਐਜ਼ ਅਨੋਡ, ਉਹ ਅਨੋਡ ਤੇ ਐਕਟ ਕਰਦਾ ਹੈ ਤੇ ਜੋ ਤੁਹਾਡਾ ਕੋਪਰ ਹੈ ਉਹ ਤੁਹਾਡੇ ਕੈਥੋਡ ਦੀ ਤਰ੍ਹਾਂ ਬਿਹੇਵ ਕਰਦਾ ਹੈ। ਦੈਟ ਇਜ਼ ਐਨ ਇੰਪੋਰਟੈਂਟ ਪੁਆਇੰਟ ਕਿ ਜੋ ਤੁਹਾਡਾ ਜ਼ਿੰਕ ਹੈ ਦੈਟ ਵਿਲ ਐਕਟ ਐਜ਼ ਅਨੋਡ, ਜਿੱਥੇ ਕੀ ਹੁੰਦੀ ਹੈ ਤੁਹਾਡੀ ਆਕਸੀਡੇਸ਼ਨ ਹੁੰਦੀ ਹੈ, ਐਂਡ ਜੋ ਤੁਹਾਡਾ ਕੋਪਰ ਹੈ ਦੈਟ ਐਕਟ ਐਜ਼ ਕੈਥੋਡ, ਜਿੱਥੇ ਕੀ ਹੁੰਦੀ ਹੈ ਤੁਹਾਡੀ ਰਿਡਕਸ਼ਨ ਹੁੰਦੀ ਹੈ ਆਲਵੇਜ਼। ਦੈਟ ਇਜ਼ ਐਨ ਇੰਪੋਰਟੈਂਟ ਪੁਆਇੰਟ ਜੋ ਕਿ ਤੁਸੀਂ ਇੱਥੇ ਧਿਆਨ ਦੇ ਵਿੱਚ ਰੱਖਣਾ ਹੈ। ਤਾਂ ਦੇਖੋ ਇੱਥੇ ਕੀ ਫਾਈਂਡ ਕਰਨਾ ਹੈ, ਤੁਸੀਂ ਸਟੈਂਡਰਡ ਸੈੱਲ ਪੋਟੈਂਸ਼ੀਅਲ ਫਾਈਂਡ ਕਰਨਾ ਹੈ। ਸੈੱਲ ਪੋਟੈਂਸ਼ੀਅਲ ਕੀ ਹੁੰਦਾ ਹੈ, E ਨੋਟ ਸੈੱਲ that is equals to E cathode minus E anode। ਹੁਣੇ ਦੱਸਿਆ ਹੈ ਕਿ ਜ਼ਿੰਕ ਕੀ ਹੁੰਦਾ ਹੈ ਤੁਹਾਡਾ ਅਨੋਡ ਹੁੰਦਾ ਹੈ। that means ਜੋ ਇਹ ਵੈਲਿਊ ਦਿੱਤੀ ਹੈ that is your E anode, this is your E anode, and ਜੋ ਕੋਪਰ ਦੀ ਵੈਲਿਊ ਹੈ that is your E cathode, that is your E cathode। ਤਾਂ ਜਸਟ ਤੁਸੀਂ ਕੀ ਕਰਨਾ ਹੈ, ਵੈਲਿਊ ਨੂੰ ਇੱਥੇ ਪੁੱਟ ਕਰਨਾ ਹੈ। ਕੀ ਕਰਨਾ ਹੈ ਇੱਥੇ, ਜਸਟ ਵੈਲਿਊ ਨੂੰ ਪੁੱਟ ਕਰਨਾ ਹੈ। E cathode ਕੀ ਹੈ ਤੁਹਾਡਾ, ਵੈਲਿਊ ਪੁੱਟ ਕਰੋ 0.34 ਵੋਲਟ ਮਾਈਨਸ E anode ਦੀ ਵੈਲਿਊ ਕਿੰਨੀ ਹੈ -0.763 ਵੋਲਟ। ਤਾਂ ਮਾਈਨਸ ਮਾਈਨਸ ਕੀ ਹੋ ਜਾਂਦਾ ਹੈ, ਪਲੱਸ ਹੋ ਜਾਂਦਾ ਹੈ। ਤਾਂ ਜਦੋਂ ਤੁਸੀਂ ਇਸ ਨੂੰ ਸੋਲਵ ਕਰੋਗੇ ਤਾਂ ਜੋ ਤੁਹਾਡਾ ਆਨਸਰ ਆਏਗਾ that comes out to be your 1.103 ਵੋਲਟ, 1.103 ਵੋਲਟ। ਤਾਂ 26 ਦਾ ਆਨਸਰ ਕੀ ਆਏਗਾ ਤੁਹਾਡਾ, A ਆਪਸ਼ਨ। ਆਈ ਰਿਪੀਟ ਅਗੇਨ, ਜੋ ਤੁਹਾਡਾ ਸਟੈਂਡਰਡ ਸੈੱਲ ਪੋਟੈਂਸ਼ੀਅਲ ਹੁੰਦਾ ਹੈ E naught, that is equals to standard potential of your cathode minus anode। ਤਾਂ ਕੈਥੋਡ ਦੇ ਵਿੱਚੋਂ ਐਨੋਡ ਦਾ ਪੋਟੈਂਸ਼ੀਅਲ ਮਾਈਨਸ ਕਰਨ ਤੇ ਤੁਹਾਡੇ ਕੋਲ ਸਟੈਂਡਰਡ ਸੈੱਲ ਪੋਟੈਂਸ਼ੀਅਲ ਆ ਜਾਂਦਾ ਹੈ। ਤੁਹਾਡੇ ਕੋਲ ਇੱਥੇ ਡੈਨੀਅਲ ਸੈੱਲ ਦੀ ਗੱਲ ਕੀਤੀ ਗਈ ਹੈ, ਜਿਹਦੇ ਵਿੱਚ ਜੋ ਤੁਹਾਡਾ ਜ਼ਿੰਕ ਹੈ that act at anode and ਜੋ ਤੁਹਾਡਾ ਕੋਪਰ ਹੈ that act at cathode। ਤਾਂ ਆਪਣੇ ਕੋਲ ਫਾਰਮੂਲਾ ਕੀ ਹੈ, E cathode minus E anode। ਤਾਂ ਕੈਥੋਡ ਦੇ ਵਿੱਚੋਂ ਅਨੋਡ ਦਾ ਇਲੈਕਟ੍ਰੋ ਪੋਟੈਂਸ਼ੀਅਲ ਮਾਈਨਸ ਕਰ ਦੋ, ਤਾਂ ਦੇਖੋ ਇੱਥੇ ਕੀ ਹੈ ਮਾਈਨਸ ਮਾਈਨਸ ਐਂਡ ਮਾਈਨਸ ਮਾਈਨਸ ਕੀ ਹੋ ਜਾਏਗਾ ਤੁਹਾਡਾ, ਪਲੱਸ ਹੋ ਜਾਏਗਾ। ਸੋ ਦੇਖੋ ਕੈਥੋਡ ਤੇ ਐਨੋਡ ਦਾ ਆਪਾਂ ਨੂੰ ਕਿੱਥਾ ਪਤਾ ਚੱਲਦਾ ਹੈ, that terms comes out to from your electrochemical series। ਤਾਂ ਸਾਰੇ ਜਾਣੇ ਫਿਰ ਇੱਕ ਸੀਰੀਜ਼ ਲਿਖ ਲਓ, ਮੈਂ ਇੱਕ ਇਲੈਕਟ੍ਰੋਕੈਮੀਕਲ ਸੀਰੀਜ਼ ਲਿਖਵਾ ਰਿਹਾ ਹਾਂ। ਸੀਰੀਜ਼ ਨੂੰ ਐਜ਼ ਇਟ ਇਜ਼ ਯਾਦ ਰੱਖਣਾ ਹੈ, ਤਾਂ ਲਿਖੋ। ਸਭ ਤੋਂ ਪਹਿਲਾਂ ਲਿਖਣਾ ਹੈ ਪੋਟਾਸ਼ੀਅਮ, ਲਿਥੀਅਮ, then potassium, then barium, then लिखना है strontium, कैल्शियम, सोडियम, मैग्नीशियम, एल्यूमिनियम, मैंगनीज, जिंक। then लिखना है क्रोमियम, आयरन, कैडमियम, कोबाल्ट। then लिखना है निकल, टिन, then lead। ਉਸ ਤੋਂ ਬਾਅਦ ਆਉਂਦਾ ਹੈ ਹਾਈਡਰੋਜਨ, ਫਿਰ ਆਉਂਦਾ ਹੈ ਤੁਹਾਡਾ ਕੋਪਰ, ਸਿਲਵਰ, 골ਡ। ਸੋ ਦਿਸ ਇਜ਼ ਐਨ ਇਲੈਕਟ੍ਰੋਕੈਮੀਕਲ ਸੀਰੀਜ਼ ਲਿਖੀ ਹੋਈ ਹੈ, ਜਿਹਦੇ ਵਿੱਚ ਜੋ ਤੁਹਾਡਾ ਲੀਥੀਅਮ ਹੈ that is the strongest reducing agent। ਜੋ ਸੀਰੀਜ਼ ਦੇ ਵਿੱਚ ਜਿੰਨਾ ਉੱਪਰ ਹੈ ਉਹਦੇ ਉਹ ਐਨੋਡ ਤੇ ਐਕਟ ਕਰਦਾ ਹੈ ਤੇ ਜੋ ਸੀਰੀਜ਼ ਦੇ ਵਿੱਚ ਨੀਚੇ ਹੈ ਉਹ ਐਕਟ ਕਰਦਾ ਹੈ ਤੁਹਾਡਾ ਕੈਥੋਡ ਦੀ ਤਰ੍ਹਾਂ। ਤਾਂ ਅਗਰ ਤੁਸੀਂ ਪੂਰੀ ਸੀਰੀਜ਼ ਲਿਖੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਜ਼ਿੰਕ ਤੇ ਕੋਪਰ ਦੇ ਵਿੱਚੋਂ ਜੋ ਜ਼ਿੰਕ ਹੈ ਉਹ ਸੀਰੀਜ਼ ਦੇ ਵਿੱਚ ਉੱਪਰ ਆਉਂਦਾ ਹੈ, ਤਾਂ ਕਰਕੇ ਇਹ ਕਿੱਦਾਂ ਐਕਟ ਕਰਦਾ ਹੈ ਅਨੋਡ ਦੀ ਤਰ੍ਹਾਂ, ਤੇ ਕੋਪਰ ਸੀਰੀਜ਼ ਦੇ ਵਿੱਚ ਨੀਚੇ ਆਉਂਦਾ ਹੈ ਤੇ ਇਹ ਐਕਟ ਕਰਦਾ ਹੈ ਐਜ਼ ਆ ਕੈਥੋਡ ਦੀ ਤਰ੍ਹਾਂ। सीरीज ਦੇ ਵਿੱਚ ਸਭ ਤੋਂ ਜੋ ਉੱਪਰ ਐਲੀਮੈਂਟ ਹੈ ਲਿਥੀਅਮ, that is your strongest reducing agent, that is your strongest reducing agent। reducing agent ਦਾ ਮਤਲਬ ਜੋ ਦੂਸਰੇ ਨੂੰ ਰਿਡਿਊਸ ਕਰੇ ਤੇ ਖੁਦ ਆਕਸੀਡਾਈਜ਼ ਹੋਵੇ, ਠੀਕ ਹੈ। ਤਾਂ ਕਰਕੇ ਜੋ ਸੀਰੀਜ਼ ਦੇ ਵਿੱਚ ਉੱਪਰ ਆਉਂਦਾ ਹੈ ਉਹ ਅਨੋਡ ਤੇ ਹੁੰਦਾ ਹੈ, ਕਿਉਂ, ਕਿਉਂਕਿ ਅਨੋਡ ਤੇ ਹਮੇਸ਼ਾ ਆਕਸੀਡੇਸ਼ਨ ਹੀ ਹੋਏਗੀ, ਉਸਦੀ ਖੁਦ ਦੀ ਆਕਸੀਡੇਸ਼ਨ ਹੋਏਗੀ। ਤਾਂ ਜ਼ਿੰਕ ਐਜ਼ ਕੰਪੇਅਰ ਟੂ ਕੋਪਰ ਸੀਰੀਜ਼ ਦੇ ਵਿੱਚ ਉੱਪਰ ਹੈ, ਤਾਂ ਜਿਸ ਕਰਕੇ ਦੂਸਰੇ ਨੂੰ ਰਿਡਿਊਸ ਕਰੇਗਾ, ਖੁਦ ਆਕਸੀਡਾਈਜ਼ ਹੋਏਗਾ। ਸੋ ਦੈਟ ਇਜ਼ ਵਾਈ ਜੋ ਤੁਹਾਡਾ ਜ਼ਿੰਕ ਹੈ that act at anode, ਉਹ ਤੁਹਾਡਾ ਅਨੋਡ ਦੇ ਉੱਪਰ ਕੀ ਕਰੇਗਾ, ਐਕਟ ਕਰੇਗਾ। ਐਂਡ ਜੋ ਤੁਹਾਡਾ ਕੋਪਰ ਹੈ that will act at your cathode।
ਤਾਂ ਦੇਖੋ ਕੀ ਹੈ ਜੋ ਵੈਲਿਊਜ਼ ਗਿਵਨ ਹੁੰਦੀਆਂ ਨੇ, ਦੇਖੋ ਕਈ ਵਾਰ ਕੀ ਹੁੰਦਾ ਹੈ ਮੋਸਟ ਆਫ ਦਾ ਕੇਸਿਸ ਦੇ ਵਿੱਚ ਅਗਰ ਮੰਨ ਲਓ ਤੁਹਾਨੂੰ ਵੈਲਿਊਜ਼ ਨਹੀਂ ਦਿੱਤੀਆਂ ਤਾਂ ਕਈ ਵਾਰ ਸਿੰਪਲ ਕੁਐਸਚਨ ਇਹੀ ਆ ਜਾਂਦਾ ਹੈ ਕਿ ਇਹਨਾਂ ਵਿੱਚੋਂ ਦੱਸੋ ਕਿਹੜਾ ਕੈਥੋਡ ਤੇ ਐਕਟ ਕਰੇਗਾ ਜਾਂ ਕਿਹੜਾ ਅਨੋਡ ਤੇ ਐਕਟ ਕਰੇਗਾ, ਹੈ ਨਾ। ਹੁਣ ਦੂਸਰੇ ਟਾਈਪ ਦਾ ਕੁਐਸਚਨ ਕਿ ਤੁਹਾਨੂੰ ਵੈਲਿਊਜ਼ ਦਿੱਤੀਆਂ ਨੇ, ਤਾਂ ਜੋ ਦੇਖੋ ਵੈਲਿਊਜ਼ ਦਿੱਤੀਆਂ ਨੇ ਉਹਦੇ ਵਿੱਚ ਕੀ ਹਮੇਸ਼ਾ ਜੋ ਬਾਈ ਫੋਲਟ ਜਾਂ ਬਾਈ ਕਨਵੈਨਸ਼ਨ ਹੁੰਦਾ ਹੈ ਉਹ ਤੁਹਾਨੂੰ ਰਿਡਕਸ਼ਨ ਪੋਟੈਂਸ਼ੀਅਲ ਦੀਆਂ ਵੈਲਿਊ ਦਿੰਦੇ ਨੇ। ਕਾਹਦੀਆਂ ਵੈਲਿਊਜ਼ ਦਿੰਦੇ ਨੇ ਤੁਹਾਨੂੰ? ਰਿਡਕਸ਼ਨ ਪੋਟੈਂਸ਼ੀਅਲ ਦੀਆਂ ਵੈਲਿਊ ਦਿੰਦੇ ਨੇ। ਤਾਂ ਇੱਥੇ ਦੇਖੋ ਤੁਹਾਡੇ ਕੋਲ ਜੋ ਜ਼ਿੰਕ ਹੈ, ਜ਼ਿੰਕ ਦੀ ਵੈਲਿਊ ਕੀ ਹੈ? ਨੈਗੇਟਿਵ ਦੇ ਵਿੱਚ ਹੈ ਰਿਡਕਸ਼ਨ ਪੋਟੈਂਸ਼ੀਅਲ ਦੀ। ਐਂਡ ਜੋ ਕੋਪਰ ਹੈ, ਕੋਪਰ ਦਾ ਰਿਡਕਸ਼ਨ ਪੋਟੈਂਸ਼ੀਅਲ ਪੋਜ਼ਿਟਿਵ ਹੈ। ਤਾਂ ਜਿਸ ਦਾ ਰਿਡਕਸ਼ਨ ਪੋਟੈਂਸ਼ੀਅਲ ਜ਼ਿਆਦਾ ਹੋਏਗਾ ਦੈਟ ਮੀਨਸ ਉਸਦੀ ਟੈਂਡੈਂਸੀ ਰਿਡਿਊਸ ਹੋਣ ਦੀ ਜ਼ਿਆਦਾ ਹੈ। ਤਾਂ ਇੱਥੇ ਕੋਪਰ ਦਾ ਰਿਡਕਸ਼ਨ ਪੋਟੈਂਸ਼ੀਅਲ ਜ਼ਿਆਦਾ ਹੋਣ ਕਰਕੇ ਕੋਪਰ ਦੀ ਜ਼ਿਆਦਾ ਟੈਂਡੈਂਸੀ ਹੈ ਕਿ ਉਹ ਰਿਡਿਊਸ ਹੋਵੇ ਐਂਡ ਰਿਡਕਸ਼ਨ ਕਿੱਥੇ ਹੁੰਦਾ ਹੈ? ਤੁਹਾਡੇ ਕੈਥੋਡ ਤੇ। ਤਾਂ ਹਾਂ ਅਗਰ ਤੁਹਾਨੂੰ ਵੈਲਿਊ ਗਿਵਨ ਹੈ ਤਾਂ ਤੁਸੀਂ ਵੈਲਿਊ ਤੋਂ ਵੀ ਜੱਜ ਕਰ ਸਕਦੇ ਹੋ ਕਿ ਆਪਣਾ ਕਿਹੜਾ ਕੈਥੋਡ ਤੇ ਐਕਟ ਕਰੇਗਾ ਤੇ ਕਿਹੜਾ ਤੁਹਾਡਾ ਐਨੋਡ ਤੇ ਐਕਟ ਕਰੇਗਾ। that is a valid point। ਕੁਐਸਚਨ ਨੰਬਰ 27 ਕਹਿੰਦੇ ਤੁਹਾਡੇ ਦੋ ਇਲੈਕਟ੍ਰੋਨ ਨੇ ਇੱਕ ਆਰਬਿਟਲ ਦੇ ਵਿੱਚ ਪ੍ਰੈਜ਼ੈਂਟ ਨੇ, ਇੱਕ ਆਰਬਿਟਲ ਦੇ ਵਿੱਚ ਪ੍ਰੈਜ਼ੈਂਟ ਨੇ, ਤਾਂ ਉਹਨਾਂ ਦੋਨਾਂ ਇਲੈਕਟ੍ਰੋਨ ਨੂੰ ਆਪਾਂ ਕਿਹੜੇ ਕੁਆਂਟਮ ਨੰਬਰ ਨਾਲ ਡਿਸਟਿੰਗੁਇਸ਼ ਕਰ ਸਕਦੇ ਹਾਂ? ਤਾਂ ਦੇਖੋ ਕੁਆਂਟਮ ਨੰਬਰ ਕੀ ਹੁੰਦਾ ਹੈ? ਆਪਾਂ ਨੂੰ ਸਾਰੀ ਇਨਫੋਰਮੇਸ਼ਨ ਦਿੰਦਾ ਹੈ ਕਿ ਪਾਰਟਿਕੂਲਰ ਇਲੈਕਟ੍ਰੋਨ ਬਾਰੇ ਕਿ ਜੋ ਇਲੈਕਟ੍ਰੋਨ ਹੈ ਕਿਹੜੇ ਸ਼ੈਲ ਦੇ ਵਿੱਚ, ਕਿਹੜੇ ਸਬ ਸ਼ੈਲ ਦੇ ਵਿੱਚ, ਕਿਹੜੇ ਔਰਬਿਟਲ ਦੇ ਵਿੱਚ ਤੇ ਕਿਸ ਸਪਿਨ ਦੇ ਨਾਲ ਪ੍ਰੈਜ਼ੈਂਟ ਹੁੰਦਾ ਹੈ। ਨਾਓ ਇੱਥੇ ਕੁਐਸਚਨ ਕੀ ਹੈ ਕਿ ਇੱਕ ਆਰਬਿਟਲ ਹੈ, ਕੋਈ ਵੀ ਇੱਕ ਆਰਬਿਟਲ ਕੰਸੀਡਰ ਕਰ ਲਓ। ਲੈਟ ਸਪੋਜ਼ ਮੈਂ ਥੋੜੀ 3s ਆਰਬਿਟਲ ਕੰਸੀਡਰ ਕਰ ਲਈ, ਤਾਂ ਇਹਦੇ ਵਿੱਚ ਕਹਿੰਦੇ ਇੱਕ ਆਰਬਿਟਲ 'ਚ ਦੋ ਇਲੈਕਟ੍ਰੋਨ ਹੁੰਦੇ ਨੇ, ਤਾਂ ਉਹਨਾਂ ਦੋ ਇਲੈਕਟ੍ਰੋਨ ਨੂੰ ਆਪਾਂ ਕਿਸ ਕੁਆਂਟਮ ਨੰਬਰ ਦੇ ਨਾਲ ਡਿਫਰੈਂਸ਼ੀਏਟ ਕਰ ਸਕਦੇ ਹਾਂ? ਦੈਟ ਇਜ਼ ਦਾ ਕੁਐਸਚਨ। ਤਾਂ ਦੇਖੋ ਦੋਨੋਂ ਇਲੈਕਟ੍ਰੋਨ ਦੇ ਲਈ ਪ੍ਰਿੰਸੀਪਲ ਕੁਆਂਟਮ ਨੰਬਰ ਕਿੰਨਾ ਹੈ? ਸ਼ੈਲ ਕਿੰਨੀ ਹੈ ਤੁਹਾਡੀ? 3 ਹੈ। ਦੈਟ ਇਜ਼ ਦਾ ਸੇਮ ਵੈਲਿਊ। ਨਾਓ ਨੈਕਸਟ ਇਹਦੇ ਲਈ ਦੇਖੋ ਜੋ ਸਬ ਸ਼ੈਲ ਹੈ ਦੋਨਾਂ ਇਲੈਕਟ੍ਰੋਨ ਲਈ ਦੈਟ ਇਜ਼ ਯੋਰ ਐਸ ਸਬ ਸ਼ੈਲ, ਤੇ ਐਸ ਸਬ ਸ਼ੈਲ ਦੇ ਲਈ ਤੁਹਾਡਾ ਜੋ ਐਜ਼ੀਮਿਊਥਲ ਕੁਆਂਟਮ ਨੰਬਰ ਹੈ ਉਸਦੀ ਵੈਲਿਊ ਕਿੰਨੀ ਹੁੰਦੀ ਹੈ ਤੁਹਾਡੀ? 0 ਹੁੰਦੀ ਹੈ। ਦੈਟ ਮੀਨਸ ਜੋ ਤੁਹਾਡਾ ਦੂਸਰਾ ਕੁਆਂਟਮ ਨੰਬਰ ਹੈ L ਉਹਦੀ ਵੈਲਿਊ ਵੀ ਸੇਮ ਹੈ ਫॉर द टू ਇਲੈਕਟ੍ਰੋਨ। ਨਾਓ ਨੈਕਸਟ ਕੀ ਆਂਦਾ ਹੈ ਤੁਹਾਡਾ? ਮੈਗਨੈਟਿਕ ਕੁਆਂਟਮ ਨੰਬਰ। ਜੋ ਤੁਹਾਡਾ ਮੈਗਨੈਟਿਕ ਕੁਆਂਟਮ ਨੰਬਰ ਹੁੰਦਾ ਹੈ ਫॉर योर ਐਸ ਸਬ ਸ਼ੈਲ ਉਸਦੀ ਵੈਲਿਊ ਕਿੰਨੀ ਹੁੰਦੀ ਹੈ ਤੁਹਾਡੀ? 0। ਦੈਟ ਇਜ਼ ਆਲਸੋ ਦ ਸੇਮ। ਨਾਓ ਦ ਨੈਕਸਟ ਕੁਆਂਟਮ ਨੰਬਰ ਇਜ਼ ਯੋਰ ਸਪਿਨ ਕੁਆਂਟਮ ਨੰਬਰ। ਸਪਿਨ ਕੁਆਂਟਮ ਨੰਬਰ ਤੁਸੀਂ ਦੇਖ ਸਕਦੇ ਹੋ ਇੱਕ ਇਲੈਕਟ੍ਰੋਨ ਕੀ ਹੈ? ਕਲੋਕਵਾਈਜ਼ ਪਿਆ ਹੈ, ਜਿਹਦੀ ਸਪਿਨ ਕੀ ਹੋਏਗੀ? ਹਾਫ ਹੋਏਗੀ। ਦੂਸਰਾ ਇਲੈਕਟ੍ਰੋਨ ਤੁਹਾਡਾ ਕੀ ਹੈ? ਐਂਟੀ ਕਲੋਕਵਾਈਜ਼ ਪਿਆ ਹੈ, ਉਸਦੀ ਸਪਿਨ ਕੀ ਹੋਏਗੀ ਤੁਹਾਡੀ? ਮਾਈਨਸ ਹਾਫ ਹੋਏਗੀ। ਸੋ ਦੈਟ ਮੀਨਸ ਜੋ ਤੁਹਾਡੇ ਦੋ ਇਲੈਕਟ੍ਰੋਨ ਨੇ that can be distinguished by only your spin quantum number if the two electron are present in the same orbital। ਅਗਰ ਤੁਹਾਡੇ ਦੋਨੋਂ ਇਲੈਕਟ੍ਰੋਨ ਸੇਮ ਔਰਬਿਟਲ ਦੇ ਵਿੱਚ ਪ੍ਰੈਜ਼ੈਂਟ ਨੇ ਤਾਂ ਤੁਹਾਡਾ ਪ੍ਰਿੰਸੀਪਲ ਕੁਆਂਟਮ ਨੰਬਰ n, ਐਜ਼ੀਮੂਥਲ ਕੁਆਂਟਮ ਨੰਬਰ l, ਮੈਗਨੈਟਿਕ ਕੁਆਂਟਮ ਨੰਬਰ m ਤਿੰਨੋਂ ਸੇਮ ਰਹਿੰਦੇ ਨੇ। ਫਰਕ ਕਾਦੇ ਵਿੱਚ ਆਂਦਾ ਹੈ ਤੁਹਾਡਾ? ਸਪਿਨ ਕੁਆਂਟਮ ਨੰਬਰ ਦੇ ਵਿੱਚ ਫਰਕ ਆਂਦਾ ਹੈ। ਕੁਐਸਚਨ ਨੰਬਰ 29 ਕਹਿੰਦੇ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਵਿਦ ਮੈਕਸਿਮਮ ਵੇਵਲੈਂਥ। ਤਾਂ ਇਸ ਲਈ ਤੁਹਾਨੂੰ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਯਾਦ ਹੋਣਾ ਚਾਹੀਦਾ ਹੈ। ਅਗਰ ਨਹੀਂ ਪਤਾ ਤਾਂ ਲਿਖ ਲਓ। ਸਭ ਤੋਂ ਪਹਿਲਾਂ ਆਉਂਦੀਆਂ ਨੇ ਤੁਹਾਡੀਆਂ ਕਾਸਮਿਕ ਰੇਜ਼, ਆਫਟਰ ਦੈਟ ਆਉਂਦੀਆਂ ਨੇ ਤੁਹਾਡੀਆਂ ਗਾਮਾ ਰੇਜ਼, ਇਸ ਤੋਂ ਬਾਅਦ ਆਉਂਦੀਆਂ ਨੇ ਤੁਹਾਡੀਆਂ ਐਕਸ ਰੇਜ਼, ਇਸ ਤੋਂ ਬਾਅਦ ਆਉਂਦੀਆਂ ਨੇ ਯੂਵੀ, ਦੈਨ ਵਿਜ਼ੀਬਲ, ਦੈਨ ਆਉਂਦੀਆਂ ਨੇ ਤੁਹਾਡੀਆਂ IR, ਇਸ ਤੋਂ ਬਾਅਦ ਆਉਂਦੀਆਂ ਨੇ ਤੁਹਾਡੀਆਂ ਮਾਈਕ੍ਰੋਵੇਵ ਐਂਡ ਸਭ ਤੋਂ ਐਂਡ ਤੇ ਆਉਂਦੀਆਂ ਨੇ ਤੁਹਾਡੀਆਂ ਰੇਡੀਓ ਵੇਵ। ਜੋ ਮੈਂ ਇੱਥੇ ਆਰਡਰ ਲਿਖਿਆ ਹੈ ਦੈਟ ਇਜ਼ ਦਾ ਇਨਕਰੀਜ਼ਿੰਗ ਆਰਡਰ ਆਫ ਵੇਵਲੈਂਥ। ਸੋ ਦੈਟ ਮੀਨਸ ਸਭ ਤੋਂ ਜ਼ਿਆਦਾ ਵੇਵਲੈਂਥ ਕਿਹਦੀ ਹੈ? ਤੁਹਾਡੀ ਰੇਡੀਓ ਵੇਵ ਦੀ ਹੈ। ਲੈਟ ਸਪੋਜ਼ ਅਗਰ ਤੁਹਾਨੂੰ ਕੁਐਸਚਨ ਪੁੱਛਦੇ ਕਿ ਮਿਨੀਮਮ ਵੇਵਲੈਂਥ ਕਿਸਦੀ ਹੈ ਤਾਂ ਆਂਸਰ ਕੀ ਆਂਦਾ ਤੁਹਾਡਾ? ਕਾਸਮਿਕ ਰੇਜ਼। ਠੀਕ ਹੈ, ਬਟ ਐਜ਼ ਪਰ ਦਾ ਆਪਸ਼ਨਸ ਆਂਸਰ ਕੀ ਆਣਾ ਸੀ ਤੁਹਾਡਾ? ਐਕਸ-ਰੇ, ਬਿਕੋਜ਼ ਐਕਸ-ਰੇ ਦੀ ਇੱਥੇ ਜੋ ਵੇਵਲੈਂਥ ਹੈ ਉਹ ਸਭ ਤੋਂ ਜ਼ਿਆਦਾ ਮਿਨੀਮਮ ਹੈ। ਤਾਂ ਇਹ ਕੁਐਸਚਨ ਇੱਕ ਕੁਐਸਚਨ ਆ ਜਾਂਦਾ ਹੈ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਤੋਂ, ਜਾਂ ਤਾਂ ਇਨ ਦਾ ਆਰਡਰ ਆਫ ਵੇਵ ਨੰਬਰ, in order of frequency, in order of energy ਜਾਂ in order of wavelength। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ એનર્ਜੀ ਹੈ ਉਹ ਤੁਹਾਡੀ ਫ੍ਰੀਕੁਐਂਸੀ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ, ਤੁਹਾਡੇ ਵੇਵ ਨੰਬਰ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ, ਬਟ ਇਟ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਯੂਅਰ ਵੇਵਲੈਂਥ। ਤਾਂ ਤਿੰਨਾਂ ਚਾਰਾਂ ਪੁਆਇੰਟਸ ਦੇ ਵਿੱਚੋਂ ਕੁਐਸਚਨ ਨੂੰ ਕਿਵੇਂ ਵੀ ਫਰੇਮ ਕਰ ਸਕਦੇ ਨੇ। ਤਾਂ 28 ਦਾ ਇੱਥੇ ਆਂਸਰ ਕੀ ਆਏਗਾ ਤੁਹਾਡਾ? ਸੀ ਆਪਸ਼ਨ। ਕੁਐਸਚਨ ਨੰਬਰ 29 ਕਹਿੰਦੇ ਇਨ ਅ ਸੋਲਿਡ ਲੈਟਿਸ the cation has left a lattice site and is located at an interstitial position। ਤਾਂ ਉਸ ਡਿਫੈਕਟ ਨੂੰ ਆਪਾਂ ਕੀ ਬੋਲਦੇ ਹਾਂ? ਸੋ that is the name defect, that is your Frankel defect। ਦੇਖੋ ਫ੍ਰੈਂਕਲ ਦੇ ਵਿੱਚ ਕੀ ਹੁੰਦਾ ਹੈ
कि जो भी थोड़ा एक लैटिस पॉइंट है वो अपनी जगह ਨੂੰ ਛੱਡ ਕੇ जो भी खाली जगह है, लेट्स सपोज यही थोड़ा एक लैटिस है, मैं की ड्रॉ कर रहा थोड़ा एक लैटिस ड्रॉ कर रहा हाँ, ਤਾਂ लैटिस ਦੇ ਵਿੱਚ ਮੰਨ ਲਓ ਕੋਈ ਵੀ ਖਾਲੀ ਜਗ੍ਹਾ, ਲੈਟਸ ਸਪੋਜ਼ ਇਹ ਖਾਲੀ ਜਗ੍ਹਾ ਹੈ, ਤਾਂ ਇੱਥੋਂ ਆਪਣਾ ਇੱਕ ਪੁਆਇੰਟ ਆਪਣੀ ਪੋਜੀਸ਼ਨ ਛੱਡ ਕੇ ਇਸ ਜਗ੍ਹਾ ਤੇ ਓਕੂਪਾਈ ਕਰ ਲੇ, ਤਾਂ ਉਸ ਡਿਫੈਕਟ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਫ੍ਰੈਂਕਲ ਡਿਫੈਕਟ। that defect is known as your ਫ੍ਰੈਂਕਲ ਡਿਫੈਕਟ। ਆਪਾਂ ਬਾਕੀ ਦੇ ਆਪਸ਼ਨ ਵੀ ਡਿਸਕਸ ਕਰ ਲੈਂਦੇ ਹਾਂ। ਸ਼ਾਰਟਕੀ, ਸ਼ਾਰਟਕੀ ਦੇ ਵਿੱਚ ਕੀ ਹੁੰਦੇ ਨੇ ਤੁਹਾਡੇ ਨੰਬਰ ਆਫ ਕੈਟਾਇਨ ਤੇ ਅਨਾਇਨ, ਇਕੁਅਲ ਨੰਬਰ ਆਫ ਕੈਟਾਇਨ ਤੇ ਅਨਾਇਨ ਜੋ ਤੁਹਾਡੇ ਹੁੰਦੇ ਨੇ ਉਹ ਮਿਸ ਹੁੰਦੇ ਨੇ from their lattice position, equal number of cation and anion in the lattice are missing from their lattice position in Schottky defect। ਧਿਆਨ ਰੱਖਣਾ, ਸੋ ਜੋ Schottky defect ਹੁੰਦਾ ਹੈ ਉਹਦੇ ਵਿੱਚ ਤੁਹਾਡੇ equal number of cation ਤੇ anion ਮਿਸ ਹੁੰਦੇ ਨੇ, ਜਦਕਿ ਜੋ ਤੁਹਾਡਾ Frankel defect ਹੈ ਉਹਦੇ ਵਿੱਚ lattice side ਆਪਣੀ ਜਗ੍ਹਾ ਨੂੰ ਛੱਡ ਕੇ ਜੋ ਵੀ ਇੱਕ ਖਾਲੀ ਜਗ੍ਹਾ present ਹੁੰਦੀ ਹੈ ਤੁਹਾਡੇ ਕ੍ਰਿਸਟਲ ਦੇ ਵਿੱਚ ਉਹਦੇ ਵਿੱਚ ਜਾ ਕੇ ਬੈਠ ਜਾਂਦਾ ਹੈ, ਉਸ ਡਿਫੈਕਟ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਫ੍ਰੈਂਕਲ ਡਿਫੈਕਟ। ਦੇਖੋ ਨੈਕਸਟ ਆਉਂਦਾ ਇੰਟਰਸਟੀਸ਼ੀਅਲ ਡਿਫੈਕਟ। ਇੰਟਰਸਟੀਸ਼ੀਅਲ ਦੇ ਵਿੱਚ ਕੀ ਹੁੰਦਾ ਹੈ ਕਿ ਅਗਰ ਤੁਹਾਡੇ ਕ੍ਰਿਸਟਲ ਸਿਸਟਮ ਦੇ ਵਿੱਚ ਕੋਈ ਇੱਕ ਐਕਸਟਰਾ ਲੈਟਿਸ ਪੁਆਇੰਟ ਪ੍ਰੈਜ਼ੈਂਟ ਹੈ, ਉਹ ਕਿਹੜੀ ਪੋਜੀਸ਼ਨ ਨੂੰ ਓਕੂਪਾਈ ਕਰੇਗਾ? ਇੰਟਰਸਟੀਸ਼ੀਅਲ ਡਿਫੈਕਟ। ਇੰਟਰਸਟੀਸ਼ੀਅਲ ਪੋਜੀਸ਼ਨ ਜੋ ਖਾਲੀ ਜਗ੍ਹਾ ਹੈ ਉਸ ਨੂੰ ਓਕੂਪਾਈ ਕਰਦਾ ਹੈ, ਐਂਡ that type of defect is known as your interstitial defect। ਐਂਡ ਜੋ ਤੁਹਾਡਾ ਵੈਲੈਂਸੀ ਡਿਫੈਕਟ ਹੁੰਦਾ ਹੈ ਇਹਦੇ ਵਿੱਚ ਕੀ ਹੁੰਦਾ, ਤੇ ਵੈਲੈਂਸੀ ਨਹੀਂ ਵੈਕੈਂਸੀ ਡਿਫੈਕਟ ਆਣਾ ਸੀ, ਜੋ ਥੋੜਾ ਇਹ ਡਿਫੈਕਟ ਹੁੰਦਾ ਹੈ ਇਹਦੇ ਵਿੱਚ ਜਾਂ ਤਾਂ ਥੋੜਾ ਇੱਕ ਕੈਟਾਇਨ ਮਿਸ ਹੁੰਦਾ ਹੈ ਜਾਂ ਅਨਾਇਨ ਮਿਸ ਹੁੰਦਾ ਹੈ ਫਰੋਮ ਇਟਸ ਲੈਟਿਸ ਪੋਜੀਸ਼ਨ, ਫਰੋਮ ਇਟਸ ਲੈਟਿਸ ਪੋਜੀਸ਼ਨ। ਤਾਂ 29 ਦਾ ਜੋ ਐਸ ਪਰ ਕੁਐਸਚਨ ਪੁੱਛਿਆ ਗਿਆ ਸੀ ਉਸ ਦਾ ਆਨਸਰ ਕੀ ਆਏਗਾ ਤੁਹਾਡਾ ਡੀ ਆਪਸ਼ਨ। क्वेश्चन नंबर 30, the average kinetic energy in joules of molecule। ध्यान रखना क्वेश्चन क्या है, पर मॉलिक्यूल आंसर दसना है। हर ऑप्शन ਤੁਸੀਂ ਦੇਖ ਸਕਦੇ ਹੋ, ਜੋ ਤੁਸੀਂ એનર્ਜੀ ਨੂੰ ਡਿਫਾਈਨ ਕਰਨਾ ਹੈ that is per molecule, ਐਂਡ ਜੋ ਤੁਹਾਡੀ ਕਾਈਨੈਟਿਕ એનર્ਜੀ ਪਰ ਮੋਲੀਕਿਊਲ ਹੁੰਦੀ ਹੈ that is a fixed value, ਇਸ ਦੀ ਵੈਲਿਊ ਕਿੰਨੀ ਹੁੰਦੀ ਹੈ 3/2 kT, 3/2 kT। ਤਾਂ ਇੱਥੇ ਜੋ ਤੁਹਾਡਾ 8 ਗ੍ਰਾਮ ਆਫ ਮੀਥੇਨ ਦਿੱਤਾ ਨਾ ਇਸ ਦਾ ਕੋਈ ਫਰਕ ਨਹੀਂ ਪੈਂਦਾ, ਬਿਕੋਜ਼ ਤੁਸੀਂ ਆਂਸਰ ਜੋ ਰਿਪੋਰਟ ਕਰਨਾ ਹੈ ਉਹ ਪਰ ਮੋਲੀਕਿਊਲ ਰਿਪੋਰਟ ਕਰਨਾ ਹੈ। ਤਾਂ ਆਂਸਰ ਕੀ ਹੈ 3/2 kT। ਤਾਂ ਜਸਟ ਵੈਲਿਊ ਪੁੱਟ ਕਰੋ, ਕਿੰਨਾ ਆਏਗਾ 3/2 into k, k ਕੀ ਹੁੰਦਾ ਹੈ ਤੁਹਾਡਾ 1.38 into 10 raised to power -23 joule per Kelvin into temperature ਕਿੰਨਾ ਹੈ 27 ਡਿਗਰੀ ਸੈਲਸੀਅਸ। ਅਗਰ ਤੁਸੀਂ ਇਸ ਨੂੰ ਕੈਲਵਿਨ ਚ ਰਿਪੋਰਟ ਕਰੋਗੇ that is your 300 ਕੈਲਵਿਨ। ਤਾਂ ਅਗਰ ਤੁਸੀਂ ਇਸ ਨੂੰ ਸੋਲਵ ਕਰਦੇ ਹੋ ਤਾਂ ਆਂਸਰ ਕੀ ਆਏਗਾ ਤੁਹਾਡਾ ਬੀ ਆਪਸ਼ਨ। ਆਂਸਰ ਕੀ ਆਏਗਾ ਤੁਹਾਡਾ ਬੀ ਆਪਸ਼ਨ। ਹੁਣ ਮੇਰੀ ਗੱਲ ਧਿਆਨ ਨਾਲ ਸਮਝਣਾ, ਅਗਰ ਕੁਐਸਚਨ ਦੇ ਵਿੱਚ ਇੱਥੇ ਆਂਸਰ ਤੁਹਾਡਾ ਜਾਊਲ ਪਰ ਮੋਲ ਚ ਦਿੱਤਾ ਹੁੰਦਾ ਦੈਨ ਇੱਥੇ 8 ਗ੍ਰਾਮ ਦਾ ਰੋਲ ਆਣਾ ਸੀ। ਤਾਂ ਹੁਣ ਤੁਸੀਂ ਸਭ ਤੋਂ ਪਹਿਲਾਂ ਕੀ ਕੈਲਕੂਲੇਟ ਕਰਦੇ, ਨੰਬਰ ਆਫ ਮੋਲਸ। ਤਾਂ ਨੰਬਰ ਆਫ ਮੋਲਸ ਕਿੰਨੇ ਆਣਗੇ ਇੱਥੇ, ਗਿਵਨ ਮਾਸ 8 ਗ੍ਰਾਮ ਹੈ ਡਿਵਾਈਡਡ ਬਾਈ ਮੋਲਰ ਮਾਸ। ਤਾਂ ਮੀਥੇਨ ਦਾ ਮੋਲਰ ਮਾਸ ਕਿੰਨਾ ਹੁੰਦਾ ਹੈ 16। ਤਾਂ ਇੱਥੇ ਨੰਬਰ ਆਫ ਮੋਲਸ ਕਿੰਨੇ ਨੇ, ਹਾਫ ਨੇ। ਤਾਂ ਹੁਣ ਇੱਥੇ ਤੁਹਾਡਾ ਰੋਲਾ ਆਣਾ ਸੀਗਾ ਤੁਹਾਡੇ ਨੰਬਰ ਆਫ ਮੋਲਸ, ਕਿਉਂਕਿ ਤੁਸੀਂ ਜੋ ਹੁਣ એનર્ਜੀ ਕੈਲਕੂਲੇਟ ਕਰਨੀ ਹੈ that is ਜਾਊਲ ਪਰ ਮੋਲ ਕੈਲਕੂਲੇਟ ਕਰਨੀ ਹੈ। ਤਾਂ ਹੁਣ ਤੁਸੀਂ ਇਸ ਸਿਸਟਮ ਦੇ ਨਾਲ ਫਿਰ ਹਾਫ ਨੂੰ ਮਲਟੀਪਲਾਈ ਕਰ ਦਿੰਦੇ ਤਾਂ ਉੱਥੇ ਜੋ ਤੁਹਾਡਾ ਆਂਸਰ ਕਿੰਨਾ ਆਣਾ ਸੀ 3/2। ਦੇਖੋ ਪਰ ਮੋਲ ਹੈ ਤਾਂ ਤੁਸੀਂ ਵੈਲਿਊ ਕੀ ਯੂਜ਼ ਕਰੋਗੇ 3/2 RT into half यूज करोगे, because that is the energy per mole, that is the energy per mole। जो ਤੁਹਾਨੂੰ given molecule ਹੈ ਉਸ ਦੀ total energy ਕਿੰਨੀ ਹੈ, ਅਗਰ ਸਿਰਫ ਤੁਹਾਡੇ ਕੋਲ per mole ਦਾ ਪੁੱਛਦੇ ਤਾਂ એનર્ਜੀ ਆਂਦੀ 3/2 RT, that is the energy per mole। ਬਟ ਅਗਰ ਤੁਹਾਨੂੰ ਪੇਪਰ 'ਚ ਕੁਐਸਚਨ ਪੁੱਛਦੇ the average kinetic energy in joule, मतलब आह टर्म नहीं ਦਿੱਤੀ ऑफ मॉलिक्यूल या मोल्स नहीं ਦਿੱਤੇ in 8 ग्राम ऑफ मीथेन, देन ਤੁਸੀਂ आह वाला फैक्टर हाफ जो कैलकुलेट ਕੀਤਾ है इसनू भी मल्टीप्लाई कर दे। क्यों करते पहला समझ लो, देखो 3/2 आर ਦੀ वैल्यू अगर ਤੁਸੀਂ पुट करोगे दैट इज इन जाउल पर केल्विन पर मोल, एंड टेंपरेचर ਕਾਦੇ ਵਿੱਚ ਹੈ केल्विन ਦੇ ਵਿੱਚ ਹੈ, एंड जो ਤੁਸੀਂ हाफ है दैट इज योर हाफ मोल। ਤਾਂ ਮੋਲ ਦੇ ਨਾਲ ਦੇਖੋ ਪਰ ਮੋਲ ਕੈਂਸਲ, ਕੈਲਵਿਨ ਦੇ ਨਾਲ ਪਰ ਕੈਲਵਿਨ ਕੈਂਸਲ, ਤਾਂ ਜੋ ਵੀ ਆਨਸਰ ਆਣਾ ਸੀ ਤੁਹਾਡਾ ਜਾਊਲ ਚ ਆਣਾ ਸੀ। ਕਿਉਂ, ਕਿਉਂਕਿ ਤੁਹਾਨੂੰ ਜਾਊਲ ਚ ਹੀ ਪੁੱਛਿਆ ਹੈ ਤਾਂ ਕਰਕੇ ਤੁਸੀਂ ਇੱਥੇ ਹਾਫ ਨਾਲ ਮਲਟੀਪਲਾਈ ਕੀਤਾ ਹੈ। ਬਟ ਅਗਰ ਤੁਹਾਨੂੰ ਕੁਐਸਚਨ ਪੁੱਛਦੇ ਜਾਊਲ ਪਰ ਮੋਲ ਦੇ ਵਿੱਚ ਦੈਨ ਤੁਸੀਂ ਹਾਫ ਨਾਲ ਮਲਟੀਪਲਾਈ ਨਹੀਂ ਕਰਦੇ, ਦੈਨ ਤੁਸੀਂ ਆਨਸਰ ਕੀ ਰਿਪੋਰਟ ਕਰਦੇ 3/2 RT, ਬਿਕੋਜ਼ ਜਦੋਂ ਤੁਸੀਂ ਇਸ ਦੀ ਵੈਲਿਊ ਨੂੰ ਪੁੱਟ ਕਰੋਗੇ ਦੇਖੋ ਜਾਊਲ ਪਰ ਕੈਲਵਿਨ ਪਰ ਮੋਲ ਇਨਟੂ
ਟੈਂਪਰੇਚਰ ਕੀ ਹੈ ਤੁਹਾਡਾ ਕੈਲਵਿਨ ਹੈ, ਕੈਲਵਿਨ ਪਰ ਕੈਲਵਿਨ का आंसर ਤਾਂ ਆਂਸਰ ਕਾਦੇ ਵਿੱਚ ਆਣਾ ਸੀ ਤੁਹਾਡਾ ਜਾਊਲ ਪਰ ਮੋਲ ਐਂਡ ਆਂਸਰ ਅਗਰ ਉਹ ਜਾਊਲ ਪਰ ਮੋਲ ਪੁੱਛ ਰਹੇ ਨੇ that means ਵੈਲਿਊ ਕੀ ਪੁੱਟ ਕਰਨੀ ਸੀ ਤੁਸੀਂ 3/2 RT ਤਾਂ ਮਤਲਬ ਤੁਸੀਂ 3 ਪੁਆਇੰਟ ਨੋਟ ਕਰਨੇ ਨੇ ਨੋਟਬੁੱਕ ਤੇ ਅਗਰ ਤੁਹਾਨੂੰ ਵੈਲਿਊ ਪੁੱਛ ਰਹੇ ਨੇ ਪਰ ਮੋਲੀਕਿਊਲ ਜਾਊਲ ਪਰ ਮੋਲੀਕਿਊਲ ਤੁਸੀਂ ਫਾਰਮੂਲਾ ਕੀ ਯੂਜ਼ ਕਰੋਗੇ 3/2 kT अगर एनर्जी पूछ रहे ने जाउल पर मोल तो यूज करोगे 3/2 RT एंड अगर पूछ रहे ने इन टर्म्स ऑफ जाउल ओनली देन ਤੁਸੀਂ ਜੋ ਵੀ ਤੁਹਾਡੀ ਵੈਲਿਊ ਹੈ ਉਸ ਨੂੰ ਨੰਬਰ ਆਫ ਮੋਲਸ ਦੇ ਨਾਲ ਮਲਟੀਪਲਾਈ ਕਰੋਗੇ ਕਿਉਂਕਿ ਇੱਥੇ ਨੰਬਰ ਆਫ ਮੋਲਸ ਹਾਫ ਆਈ ਸੀ ਤਾਂ ਮੈਂ ਹਾਫ ਨਾਲ ਮਲਟੀਪਲਾਈ ਕਰਤਾ ਦੇਖੋ ਜੋ ਵੀ ਸਾਰਾ ਕੰਮ ਹੈ ਕਾਹਦਾ ਕੰਮ ਹੈ ਸਿਰਫ ਯੂਨਿਟਸ ਦਾ ਤਾਂ ਫਿਜ਼ੀਕਲ ਕੈਮਿਸਟਰੀ ਦੇ ਵਿੱਚ ਯੂਨਿਟਸ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਆਈ ਰਿਪੀਟ ਅਗੇਨ ਯੂਨਿਟਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ ਇਨ ਫਿਜ਼ੀਕਲ ਕੈਮਿਸਟਰੀ ਯੂਨਿਟਸ ਨੂੰ ਜਿੰਨਾ ਨਾਲ ਰੱਖ ਕੇ ਚੱਲੋਗੇ ਕਦੇ ਵੀ ਨੂਮੈਰੀਕਲ ਦੇ ਵਿੱਚ ਤੁਸੀਂ ਗਲਤੀ ਨਹੀਂ ਕਰੋਗੇ ਤਾਂ ਇੱਥੇ ਐਜ਼ ਪਰ ਦਾ ਕੁਐਸਚਨ 30 ਦਾ ਆਨਸਰ ਆਏਗਾ ਤੁਹਾਡਾ ਬੀ ਆਪਸ਼ਨ क्वेश्चन नंबर 31 बफर ਸੋਲੂਸ਼ਨ ਹੈ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਕਿ ਆਪਾਂ ਬਫਰਸ ਕਿੰਨਾਂ ਨੂੰ ਬੋਲਦੇ ਹਾਂ ਜਾਂ ਤਾਂ ਇਹਦੇ ਵਿੱਚ ਆਪਣਾ ਵੀਕ ਐਸਿਡ ਹੁੰਦਾ ਹੈ ਜਾਂ ਵੀਕ ਐਸਿਡ ਦਾ ਕੌਂਜੂਗੇਟ ਬੇਸ ਹੁੰਦਾ ਹੈ ਦੂਸਰਾ ਕੀ ਹੁੰਦਾ ਹੈ ਵੀਕ ਬੇਸ ਹੋਵੇ ਤੇ ਉਹਦਾ ਕੌਂਜੂਗੇਟ ਐਸਿਡ ਪ੍ਰੈਜ਼ੈਂਟ ਹੋਵੇ ਤਾਂ ਕੁਐਸਚਨ ਦੇ ਵਿੱਚ ਹੈ ਆਪਣਾ ਕਿ ਇਹਨਾਂ ਦੇ ਵਿੱਚੋਂ ਕਿਹੜਾ ਤੁਹਾਡਾ ਬਫਰ ਸੋਲੂਸ਼ਨ ਨਹੀਂ ਹੈ ਤਾਂ ਇਸ ਦਾ ਦੇਖੋ ਜੋ ਆਨਸਰ ਆਏਗਾ that is your A option because ਦੇਖੋ ਆ ਵੀ ਤੁਹਾਡਾ ਕੀ ਹੈ CH3 COOH that is your weak acid and ਆਹ ਕੀ ਹੈ NH4OH ਤੋਂ ਮਿਲ ਕੇ ਬਣਦਾ ਹੈ that is your weak base ਤਾਂ ਦੇਖੋ that is your salt ਹੈ ਇਹ that is your weak acid and weak base ਤਾਂ salt ਕਦੇ ਵੀ ਬਫਰ ਸੋਲੂਸ਼ਨ ਦਾ ਨਹੀਂ ਬਣ ਸਕਦਾ ਬਫਰ ਸੋਲੂਸ਼ਨ ਹਮੇਸ਼ਾ ਹੀ ਜਾਂ ਤਾਂ weak acid ਹੋਏਗਾ ਜਾਂ ਉਸ weak acid ਦਾ ਕੀ ਹੋਏਗਾ conjugate base ਜਿੱਦਾਂ ਕਿ B ਆਪਸ਼ਨ ਚੈੱਕ ਕਰੋ ਆ ਤੁਹਾਡਾ weak acid ਹੈ and that is the conjugate base of your weak acid ठीक है तो जो थोड़े बाकी ਦੇ ਆਪਸ਼ਨ ਨੇ B C and D they can act as your buffer solution but जो A option है as per the definition of your buffer solution ਇਹ इससे ਅਪਲਾਈ ਨਹੀਂ ਹੁੰਦਾ ਤਾਂ 31 ਦਾ ਕੀ ਆਨਸਰ ਆਏਗਾ ਤੁਹਾਡਾ A option 32 question that is from your ESR spectroscopy ਤੁਹਾਡੇ ਸਿਸਟਮ ਦੇ ਵਿੱਚ ਜੋ ਵੀ ਤੁਹਾਨੂੰ ਗਿਵਨ ਹੈ ਲੈਟਸ ਸਪੋਜ਼ ਐਸਟਿਕ ਐਸਿਡ ਹੈ ਅਗਰ ਉਹਦੇ ਵਿੱਚੋਂ ਤੁਸੀਂ H ਪੋਜ਼ਿਟਿਵ ਬਾਹਰ ਨਿਕਾਲਤਾ ਤਾਂ ਜੋ ਵੀ ਤੁਹਾਡਾ ਕੰਪਾਊਂਡ ਜਾਂ ਆਇਨਿਕ ਜਾਂ ਸਪੀਸੀਜ਼ ਬਣਦੀ ਹੈ ਉਸ ਨੂੰ ਬੋਲਦੇ ਹੋ ਕੌਂਜੂਗੇਟ ਬੇਸ ਅਗਰ ਤੁਸੀਂ ਉਸ ਦੇ ਵਿੱਚ H ਪੋਜ਼ਿਟਿਵ ਐਡ ਕਰਵਾ ਦਿੰਦੇ ਹੋ ਤਾਂ ਜੋ ਸਪੀਸੀਜ਼ ਤੁਹਾਡੀ ਬਣਦੀ ਹੈ ਉਸ ਨੂੰ ਆਪਾਂ ਬੋਲਦੇ ਹਾਂ ਕੌਂਜੂਗੇਟ ਐਸਿਡ क्वेश्चन नंबर 32 what will be the ESR frequency of unpaired electron ध्यान रखना जो ESR है पहला इंपॉर्टेंट पॉइंट कि ये थोड़ा माइक्रोवेव रेडिएशन ਦੇ ਵਿੱਚ ਫੋਲ ਕਰਦਾ ਹੈ ESR जो है थोड़ा वो माइक्रोवेव रेडिएशन माइक्रोवेव रीजन ਦੇ ਵਿੱਚ ਫੋਲ ਕਰਦਾ ਹੈ दूसरा इंपॉर्टेंट पॉइंट ESR जो थोड़ी स्पेक्ट्रोस्कोपी है ਉਹਨਾਂ ਕੰਪਲੈਕਸਿਸ ਤੇ ਹੀ ਐਪਲੀਕੇਬਲ ਹੈ ਜੋ ਕਿ ਤੁਹਾਡੇ ਪੈਰਾਮੈਗਨੈਟਿਕ ਹੁੰਦੇ ਨੇ ਜਾਂ ਜਿਨ੍ਹਾਂ ਵਿੱਚ ਤੁਹਾਡੇ ਅਨਪੇਅਰਡ ਇਲੈਕਟ੍ਰੋਨ ਪ੍ਰੈਜ਼ੈਂਟ ਹੁੰਦੇ ਨੇ ਤਾਂ ਕੁਐਸਚਨ ਦੇ ਵਿੱਚ ਪੁੱਛ ਰਹੇ ਨੇ ESR ਫ੍ਰੀਕੁਐਂਸੀ ਕੀ ਹੋਏਗੀ ਤੁਹਾਨੂੰ ਮੈਗਨੈਟਿਕ ਫੀਲਡ ਗਿਵਨ ਹੈ ਤੁਹਾਨੂੰ ਲੈਂਡਿਸ ਜੀ ਫੈਕਟਰ ਗਿਵਨ ਹੈ ਤੁਹਾਡੇ ਕੋਲ ਬੋਹਰ ਮੈਗਨੇਟ੍ਰੋਨ ਦੀ ਵੈਲਿਊ ਗਿਵਨ ਹੈ ਸੋ दैट इज अ न्यूमेरिकल क्वेश्चन ਇਹਦਾ numerical part ਪਤਾ ਹੋਣਾ ਚਾਹੀਦਾ ਹੈ ਕਿ ਇਹਦਾ ਫਾਰਮੂਲਾ ਕੀ ਹੈ ਕਿ h nu is equals to g nu h naught that is the formula ਕਿ ਤੁਸੀਂ h ਕੀ ਇੱਥੇ ਪਲੈਂਕਸ ਕਾਂਸਟੈਂਟ ਹੈ nu ਤੁਹਾਡੀ ਫ੍ਰੀਕੁਐਂਸੀ ਹੈ g ਤੁਹਾਡਾ ਜੋ ਗਿਵਨ ਹੈ ਲੈਂਡਿਸ ਜੀ ਫੈਕਟਰ 2 ਦਿੱਤਾ ਹੋਇਆ ਹੈ mu ਤੁਹਾਡਾ ਬੋਹਰ ਮੈਗਨੇਟ੍ਰੋਨ ਦੀ ਵੈਲਿਊ ਹੈ ਐਂਡ h naught is your magnetic field ਜਸਟ ਕੁਝ ਨਹੀਂ ਕਰਨਾ ਵੈਲਿਊ ਪੁੱਟ ਕਰਨੀ ਹੈ ਜਦੋਂ ਤੁਸੀਂ ਇਸ ਕੁਐਸਚਨ ਦੀ ਵੈਲਿਊ ਪੁੱਟ ਕਰੋਗੇ ਤਾਂ 32 ਦਾ ਆਨਸਰ ਕੀ ਆਏਗਾ ਤੁਹਾਡਾ B ਆਪਸ਼ਨ ਜਸਟ ਫਾਰਮੂਲਾ ਬੇਸਡ ਕੁਐਸਚਨ ਹੈ from your ESR spectroscopy I repeat again spectroscopy ਬਹੁਤ ਹੀ ਇੱਕ ਇੰਪੋਰਟੈਂਟ ਪਾਰਟ ਹੈ ਤੁਹਾਡੀ ਕੈਮਿਸਟਰੀ ਦੇ ਲਈ 5 ਤੋਂ 10 ਨੰਬਰ ਦੇ ਕੁਐਸਚਨ ਤੁਹਾਡੇ ਸਪੈਕਟ੍ਰੋਸਕੋਪੀ ਚੋਂ ਹੀ ਆਉਂਦੇ ਨੇ ਤਾਂ ਸਪੈਕਟ੍ਰੋਸਕੋਪੀ ਬਹੁਤ ਹੀ ਅੱਛੀ ਤਰ੍ਹਾਂ ਕਰਕੇ ਜਾਇਓ ਕਨਸੈਪਚੁਅਲ ਕੁਐਸਚਨਸ ਹੁੰਦੇ ਨੇ ਜਿਸ ਨੂੰ ਕਨਸੈਪਟ ਪਤਾ ਹੋਏਗਾ ਉਹੀ ਕਰ ਸਕਦਾ ਹੈ spectroscopy is very important for your master caded exam question number 33 the atomic size of lithium ESR ਲਈ ਦੇਖੋ ਸਭ ਤੋਂ ਪਹਿਲੀ ਚੀਜ਼ ਮੈਂ ਦੱਸੀ ਹੈ ਕਿ ਤੁਹਾਡਾ ਇਹ ਮਾਈਕ੍ਰੋਵੇਵ ਰੀਜਨ ਦੇ ਵਿੱਚ ਫਾਲ ਕਰਦਾ ਹੈ ਦੂਸਰੀ ਕੰਡੀਸ਼ਨ ਇਹਦੇ ਇਹ ਕਦੋਂ ਐਪਲੀਕੇਬਲ ਹੈ ਜਦੋਂ ਤੁਹਾਡੇ ਸਿਸਟਮ ਦੇ ਵਿੱਚ ਅਨਪੇਅਰਡ ਇਲੈਕਟ੍ਰੋਨ ਪ੍ਰੈਜ਼ੈਂਟ ਹੋਣਗੇ ਤਾਂ ਹੀ ਇਹ ਐਪਲੀਕੇਬਲ ਹੈ
एज पर द क्वेश्चन की है दैट इज योर न्यूमेरिकल क्वेश्चन। फॉर्मूला की लगाना है कि जो थोड़ी एनर्जी है एच न्यू दैट इज इक्वल्स टू जी न्यू एच नॉट। ਤੁਹਾਡੇ ਕੋਲ g ਦੀ ਵੈਲਿਊ ਗਿਵਨ ਹੈ 2, ਨਿਊ ਦੀ ਵੈਲਿਊ ਗਿਵਨ ਹੈ ਤੁਹਾਡੇ ਕੋਲੇ h ਨॉट ਦੀ ਵੈਲਿਊ ਗਿਵਨ ਹੈ 0.33 ਟੈਸਲਾ। ਤੁਹਾਡੇ ਕੋਲ h प्लैंक्स कांस्टेंट है दैट इज आल्सो नोन वैल्यू। वैल्यूज पुट करनियां ने, फ्रीक्वेंसी की वैल्यू कैलकुलेट करोगे दैट कम्स आउट टू बी योर बी ऑप्शन दैट इज योर 9 गीगाहर्ट्ज। क्वेश्चन नंबर 33 द एटॉमिक साइज ऑफ योर लिथियम बेरिलियम बोरोन एंड कार्बन वैरीज इन द ऑर्डर। ਤਾਂ ਤੁਸੀਂ ਦੇਖੋ ਧਿਆਨ ਕੀ ਰੱਖਣਾ ਹੈ, ਅਗਰ ਪੀਰੀਓਡਿਕ ਟੇਬਲ ਦੇ ਵਿੱਚ ਤੁਸੀਂ ਲੈਫਟ ਟੂ ਰਾਈਟ ਜਾਂਦੇ ਹੋ ਤਾਂ ਸਾਈਜ਼ ਕੀ ਕਰਦਾ ਹੈ ਤੁਹਾਡਾ ਡਿਕਰੀਜ਼ ਕਰਦਾ ਹੈ। ਅਗਰ ਤੁਸੀਂ ਟੌਪ ਟੂ ਬੋਟਮ ਜਾਂਦੇ ਹੋ ਤਾਂ ਸਾਈਜ਼ ਕੀ ਕਰਦਾ ਹੈ ਤੁਹਾਡਾ ਇਨਕਰੀਜ਼ ਕਰਦਾ ਹੈ। ਤਾਂ ਇੱਥੇ ਦੇਖੋ ਲਿਥੀਅਮ ਬੈਰੀਲੀਅਮ ਬੋਰੋਨ ਤੇ ਤੁਹਾਡਾ ਜੋ ਕਾਰਬਨ ਹੈ that belongs to from your same period, ਉਹ ਤੁਹਾਡੇ same period ਤੋਂ belong ਕਰਦਾ ਹੈ। ਤਾਂ ਜਿਵੇਂ period ਦੇ along ਤੁਸੀਂ move ਕਰਦੇ ਹੋ ਤਾਂ size ਕੀ ਕਰੇਗਾ ਤੁਹਾਡਾ decrease ਕਰੇਗਾ। so that means carbon ਦਾ size ਸਭ ਤੋਂ ਛੋਟਾ ਹੋਏਗਾ and ਜੋ ਤੁਹਾਡਾ lithium ਹੈ that has the largest size। ਤਾਂ 33 ਦਾ ਆਨਸਰ ਆਏਗਾ ਤੁਹਾਡਾ A option। क्वेश्चन नंबर 34 जिंक और मेनली कंटेन्स। ਤਾਂ ਦੇਖੋ ਜੋ ਜ਼ਿੰਕ ਦੇ ਔਰ ਜੋ ਤੁਹਾਨੂੰ ਅਰਥ ਦੇ ਕਰਸਟ ਦੇ ਵਿੱਚੋਂ ਮਿਲਦੇ ਨੇ ਤਾਂ ਉਹ ਜਨਰਲੀ ਉਹਦੇ ਵਿੱਚ ਕਿਹੜੀ ਇੰਪਿਓਰਿਟੀ ਫਾਰਮ ਚ ਪ੍ਰੈਜ਼ੈਂਟ ਹੁੰਦੇ ਨੇ। ਇਹਦਾ ਆਨਸਰ ਆਏਗਾ ਤੁਹਾਡਾ C ਆਪਸ਼ਨ दैट इज योर जिंक सल्फाइड। ठीक है, एक थ्योरेटिकल क्वेश्चन है, इसਨੂੰ याद ही करना है कि जो ਤੁਹਾਡੇ ਜ਼ਿੰਕ ਔਰ ਹੁੰਦੇ ਨੇ ਉਹ ਤੁਹਾਡੇ ਸਲਫਾਈਡ ਫਾਰਮ ਦੇ ਵਿੱਚ ਤੁਹਾਨੂੰ ਮਿਲਦੇ ਨੇ ਜਿਸ ਨੂੰ ਤੁਸੀਂ ਪਿਉਰੀਫਾਈ ਕਰਕੇ ਮੈਟਲ ਨੂੰ ਕੀ ਕਰਦੇ ਹੋ एक्सट्रैक्ट करते हो एंड दैट टर्म इज नोन एज योर मैटलर्जी। मैटलर्जी का मतलब की हुंदा है कि तुसी मैटल ਨੂੰ एक्सट्रैक्ट करना है फ्रॉम इट्स ओर। जो भी ਉਹਦੇ ਵਿੱਚ ਇੰਪਿਓਰਿਟੀਜ਼ ਪ੍ਰੈਜ਼ੈਂਟ ਨੇ ਉਹਨਾਂ ਨੂੰ ਰਿਮੂਵ ਕਰਕੇ ਉਸ ਨੂੰ ਪਿਓਰ ਫਾਰਮ ਦੇ ਵਿੱਚ ਐਕਸਟ੍ਰੈਕਟ ਕਰਨਾ ਹੈ ਐਂਡ दैट टर्म इज योर मैटलर्जी। क्वेश्चन नंबर 35 which of the following reaction will be explosive। explosive ਦਾ ਮਤਲਬ ਜਿਹਦੇ ਵਿੱਚ ਬਹੁਤ ਹੀ ਜ਼ਿਆਦਾ release of tremendous amount of energy, release of large amount of energy ਹੋਏਗੀ ਉਸ ਕੇਸ ਦੇ ਵਿੱਚ ਹੀ ਤੁਹਾਡੀ ਕੀ ਹੁੰਦੀ ਹੈ explosive reaction ਹੁੰਦੀ ਹੈ। ਤਾਂ 35 ਦਾ ਦੇਖੋ ਜੋ ਆਨਸਰ ਆਂਦਾ ਹੈ that is your B option। ਇੱਥੇ ਕੀ ਹੈ ਰਿਐਕਸ਼ਨ ਤੁਹਾਡੀ ਬੈਲੈਂਸ ਹੈ and that is the formation of your water molecule। ਤੁਸੀਂ ਸੁਣਿਆ ਵੀ ਹੋਏਗਾ ਕਿ ਅੱਜ ਕੱਲ ਲਿਕੁਇਡ ਵਾਟਰ ਫਿਊਲ ਨੂੰ ਯੂਜ਼ ਕਰਨ ਦੀਆਂ ਟੈਕਨੀਕਸ ਚੱਲ ਰਹੀਆਂ ਨੇ ਉਹ ਇਸ ਕਰਕੇ ਚੱਲ ਰਹੀਆਂ ਨੇ ਕਿ ਜਦੋਂ ਵਾਟਰ ਦੀ ਫਾਰਮੇਸ਼ਨ ਹੋਏਗੀ ਹਾਈਡਰੋਜਨ ਤੇ ਤੁਹਾਨੂੰ ਪਤਾ ਹੈ ਹਾਈਡਰੋਜਨ ਜੋ ਗੈਸ ਹੈ ਉਹ ਆਪਣੇ ਐਲੀਮੈਂਟ ਫਾਰਮ ਦੇ ਵਿੱਚ ਬਹੁਤ ਹੀ ਜ਼ਿਆਦਾ ਅਬੰਡੈਂਟ ਪ੍ਰੈਜ਼ੈਂਟ ਹੈ ਨੇਚਰ ਦੇ ਵਿੱਚ, ਹੈ ਨਾ। ਤਾਂ ਇਹ ਚੀਜ਼ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪਾਂ ਹਾਈਡਰੋਜਨ ਤੇ ਆਕਸੀਜਨ ਨੂੰ ਕਿੱਦਾਂ ਰਿਐਕਟ ਕਰਵਾ ਕੇ ਉਸ ਨੂੰ ਵਾਟਰ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਤਾਂ ਜਦੋਂ ਉਹ ਵਾਟਰ ਦੇ ਵਿੱਚ ਰਿਐਕਟ ਹੋਏਗਾ ਅ ਲਾਰਜ ਅਮਾਉਂਟ ਆਫ એનર્ਜੀ ਵਿਲ ਬੀ ਰਿਲੀਜ਼। तो जिस एनर्जी ਨੂੰ ਤੁਸੀਂ ਐਜ਼ ਅ ਰॉकेट ਫਿਊਲ ਦੀ ਤਰ੍ਹਾਂ ਯੂਜ਼ ਕਰ ਸਕਦੇ ਹੋ ਤਾਂ ਅੱਜ ਕੱਲ ਇਸ ਸਿਸਟਮ ਤੇ ਵਰਕ ਹੋ ਰਿਹਾ ਹੈ। ਠੀਕ ਹੈ, दैट इज अ रिन्यूएबल सोर्सेज ऑफ एनर्जी, है ना। तो दैट ਇਸ ਦਾ ਆਨਸਰ ਕੀ ਆਏਗਾ ਤੁਹਾਡਾ ਬੀ ਆਪਸ਼ਨ ਬਿਕੋਜ਼ ਇੱਥੇ ਕੀ ਹੈ ਤੁਹਾਡੀ ਵਾਟਰ ਦੀ ਫਾਰਮੇਸ਼ਨ ਹੈ ਰਿਐਕਸ਼ਨ ਕੀ ਹੈ ਤੁਹਾਡੀ ਬੈਲੈਂਸ ਹੈ। ਤਾਂ 35 ਦਾ ਆਨਸਰ ਆਏਗਾ ਤੁਹਾਡਾ ਬੀ ਆਪਸ਼ਨ। क्वेश्चन नंबर 36 अगेन ਇਹ क्वेश्चन देखो ਕਹਿੰਦੇ ਕਿਹੜੀ ਰਿਐਕਸ਼ਨ ਕਰਕੇ ਨੋਬਲ ਪ੍ਰਾਈਜ਼ ਮਿਲਿਆ ਸੀ ਰਦਰਫੋਰਡ ਨੂੰ ਇਨ 1919 ਦੇ ਵਿੱਚ। ਹੁਣ ਦੇਖੋ ਇਹ ਰਿਐਕਸ਼ਨ ਤਾਂ ਜਿਸ ਨੂੰ ਯਾਦ ਹੋਏਗੀ ਉਹੀ ਆਨਸਰ ਕਰ ਸਕਦਾ ਹੈ ਤਾਂ ਇਸ ਦਾ ਆਨਸਰ ਕੀ ਆਏਗਾ ए ऑप्शन। बस एक पॉइंट समझाना चाहूंगा कि ਜਦੋਂ ਵੀ ਤੁਹਾਡੇ ਕੋਲੇ ਨਿਊਕਲੀਅਰ ਰਿਐਕਸ਼ਨਸ ਆਉਂਦੀਆਂ ਨੇ ਤਾਂ ਨਿਊਕਲੀਅਰ ਰਿਐਕਸ਼ਨ ਦੇ ਵਿੱਚ ਕੀ ਕਰਨਾ ਹੁੰਦਾ ਹੈ ਤੁਸੀਂ ਲੈਫਟ ਸਾਈਡ ਤੇ ਰਾਈਟ ਸਾਈਡ ਤੇ ਐਟੋਮਿਕ ਨੰਬਰ ਤੇ ਮਾਸ ਨੰਬਰ ਨੂੰ ਇਕੁਅਲ ਕਰਨਾ ਹੁੰਦਾ ਹੈ। ਤਾਂ ਤੁਸੀਂ ਦੇਖੋ ਅਲਫਾ ਕਿਹੜਾ ਪਾਰਟੀਕਲ ਹੁੰਦਾ ਹੈ ਤੁਹਾਡਾ ਹੀਲੀਅਮ ਦਾ ਨਿਊਕਲੀਅਸ ਹੈ। ਪ੍ਰੋਟੋਨ ਨੂੰ ਕਿੱਦਾਂ ਲਿਖ ਸਕਦੇ ਹੋ ਤੁਸੀਂ ਪ੍ਰੋਟੋਨ ਨੂੰ ਕਿੱਦਾਂ ਲਿਖ ਸਕਦੇ ਹੋ ਤੁਸੀਂ P01 P11 ਸੌਰੀ ਪ੍ਰੋਟੋਨ ਮਤਲਬ H11 H11 ਲਿਖ ਸਕਦੇ ਹੋ। ਤਾਂ ਤੁਸੀਂ ਦੇਖੋ जो थोड़ा लेफ्ट साइड पे है एटॉमिक नंबर कितना हो गया टोटल 7 + 2 9 हो गया। राइट साइड पे देखो 8 + 1 9 हो गया। ਤਾਂ ਤੁਸੀਂ ਐਟੋਮਿਕ ਨੰਬਰ ਨੂੰ ਵੀ ਇਕੁਅਲ ਕਰਨਾ ਹੁੰਦਾ ਹੈ ਤੇ ਮਾਸ ਨੰਬਰ ਨੂੰ ਵੀ ਕੀ ਕਰਨਾ ਹੁੰਦਾ ਹੈ ਇਕੁਅਲ ਕਰਨਾ ਹੁੰਦਾ ਹੈ ਇਨ ਯੂਅਰ ਨਿਊਕਲੀਅਰ ਰਿਐਕਸ਼ਨ। ਤਾਂ ਇਸ ਤਰ੍ਹਾਂ ਕਰਕੇ ਤੁਹਾਨੂੰ ਪੇਪਰ ਦੇ ਵਿੱਚ ਕਾਫੀ ਵਾਰੀ ਕੁਐਸਚਨਸ ਪੁੱਛੇ ਜਾਂਦੇ ਨੇ ਕਿ ਇੱਕ ਨਿਊਕਲੀਅਰ ਰਿਐਕਸ਼ਨ ਲਿਖੀ ਹੈ
ਕਿ ਦੱਸੋ ਇਹਦੇ ਵਿੱਚੋਂ ਕਿਹੜਾ ਪਾਰਟੀਕਲ ਥੋੜਾ ਅਮਿਟ ਹੋਏਗਾ। ਤਾਂ ਬਸ ਤੁਸੀਂ ਧਿਆਨ ਕੀ ਰੱਖਣਾ ਹੈ ਕਿ ਉਸ ਤਰ੍ਹਾਂ ਦਾ ਪਾਰਟੀਕਲ ਫਾਰਮ ਕਰ ਦਿਓ ਤਾਂ ਕਿ ਤੁਹਾਡੇ ਦੋਨੋਂ ਸਾਈਡ ਤੇ ਅਟੋਮਿਕ ਨੰਬਰ ਤੇ ਮਾਸ ਨੰਬਰ ਥੋੜਾ ਬੈਲੈਂਸ ਹੋ ਸਕਣ। ਤਾਂ ਇਸ ਤਰ੍ਹਾਂ ਨਾਲ ਇਹ ਕੁਐਸਚਨ ਬਹੁਤ ਹੀ ਈਜ਼ੀਲੀ ਤੁਸੀਂ ਸੋਲਵ ਕਰ ਸਕਦੇ ਹੋ। ਐਂਡ ਐਜ਼ ਪਰ ਦਾ ਜੋ ਤੁਹਾਡਾ ਕੁਐਸਚਨ ਆਸਕਡ 36 ਦਾ ਆਂਸਰ ਆਏਗਾ ਤੁਹਾਡਾ A ਆਪਸ਼ਨ। ਕੁਐਸਚਨ ਨੰਬਰ 37 that is a repeated question। ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਵੀ ਆਪਾਂ ਕਿਸੇ ਵੀ ਸੋਲਵੈਂਟ ਨੂੰ ਯੂਜ਼ ਕਰਨਾ ਹੈ ਐਕਸਟ੍ਰੈਕਸ਼ਨ ਦੇ ਲਈ ਤਾਂ ਮੋਸਟ ਆਫ ਦਾ ਟਾਈਮ ਆਪਾਂ ਕੀ ਯੂਜ਼ ਕਰਦੇ ਹਾਂ, ਤੁਹਾਡਾ ਕਲੋਰੋਫਾਰਮ ਯੂਜ਼ ਕਰਦੇ ਹਾਂ ਬਿਕੋਜ਼ ਆਫ ਇਟਸ ਹਾਈ ਵੇਪਰ ਪ੍ਰੈਸ਼ਰ। ਇਹਦਾ ਵੇਪਰ ਪ੍ਰੈਸ਼ਰ ਜ਼ਿਆਦਾ ਹੋਣ ਕਰਕੇ ਇਹ ਈਜ਼ਲੀ ਸਿਸਟਮ ਦੇ ਵਿੱਚੋਂ ਰਿਮੂਵ ਹੋ ਜਾਂਦਾ ਹੈ। ਤਾਂ ਇਸ ਨੂੰ ਬਾਹਰ ਅਲੱਗ ਤੋਂ ਸੈਪਰੇਟ ਕਰਨ ਦੇ ਲਈ ਆਪਾਂ ਨੂੰ ਐਕਸਟਰਾ ਐਫਰਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਤਾਂ ਕਰਕੇ ਆਪਾਂ ਮੋਸਟ ਆਫ ਦੀ ਸੋਲਵੈਂਟ ਐਕਸਟ੍ਰੈਕਸ਼ਨ ਦੇ ਵਿੱਚ ਤੁਹਾਡਾ ਕਲੋਰੋਫਾਰਮ ਸੋਲਵੈਂਟ ਨੂੰ ਯੂਜ਼ ਕਰਦੇ ਹਾਂ। ਤਾਂ 37 ਦਾ ਆਂਸਰ ਆਏਗਾ ਤੁਹਾਡਾ B ਆਪਸ਼ਨ। Question number 38 that is from your bioinorganic chemistry, the element present in your chlorophyll। ਤਾਂ chlorophyll ਦੇ ਵਿੱਚ ਤੁਹਾਡੀ ਕਿਹੜੀ ਮੈਟਲ ਪ੍ਰੈਜ਼ੈਂਟ ਹੁੰਦੀ ਹੈ, ਮੈਗਨੀਸ਼ੀਅਮ, and that is in the +2 oxidation state। that is a very common question asked in your exam। ਠੀਕ ਹੈ, chlorophyll ਦੇ ਵਿੱਚ ਧਿਆਨ ਰੱਖਣਾ ਕਿ ਜੋ ਤੁਹਾਡਾ ਐਲੀਮੈਂਟ ਕਿਹੜਾ ਪ੍ਰੈਜ਼ੈਂਟ ਹੁੰਦਾ ਹੈ, ਮੈਗਨੀਸ਼ੀਅਮ, and that is in the +2 oxidation state। ਤਾਂ ਇੱਥੇ ਆਂਸਰ ਕੀ ਆਏਗਾ ਤੁਹਾਡਾ D ਆਪਸ਼ਨ। ਅਗੇਨ ਦੇਖੋ ਨੈਕਸਟ ਜੋ ਕੁਐਸਚਨਸ ਨੇ that is based on your spectroscopy। ਤਾਂ ਜੋ ਤੁਹਾਡਾ ਪਹਿਲਾ ਕੁਐਸਚਨ ਹੈ that is your NQR spectroscopy ਦੇ ਬੇਸ ਹੈ। ਤਾਂ ਦੇਖੋ ਇੱਥੇ ਕੀ ਗਿਵਨ ਹੈ, ਤੁਹਾਡੇ ਕੋਲ ਇੱਕ ਅਨਾਇਨ ਗਿਵਨ ਹੈ ਤਾਂ ਉਹ ਪੁੱਛ ਰਹੇ ਨੇ ਕਿ ਜੋ ਇਹ ਗਿਵਨ ਅਨਾਇਨ ਹੈ ਉਹ ਕਿਸ ਤਰ੍ਹਾਂ ਦਾ ਸਿਗਨਲ ਕੀ ਕਰੇਗਾ, ਤੁਹਾਡਾ ਫਾਰਮ ਕਰੇਗਾ। ਤਾਂ ਇਸ ਦੇ ਲਈ ਤੁਹਾਨੂੰ ਦੇਖੋ ਕੋਪਰ ਦੀ I ਵੈਲਿਊ ਪਤਾ ਹੋਣੀ ਚਾਹੀਦੀ ਹੈ। ਤਾਂ ਕੋਪਰ ਦੀ ਜੋ I ਵੈਲਿਊ ਹੈ ਉਹ ਕਿੰਨੀ ਹੁੰਦੀ ਹੈ ਤੁਹਾਡੀ 3/2। ਕੋਪਰ ਦੀ ਜੋ ਨਿਊਕਲੀਅਰ ਸਪਿਨ ਵੈਲਿਊ ਹੈ that is equals to 3/2 ਤੇ ਜਿਸ ਦੇ ਕੋਰਸਪੋਂਡਿੰਗ ਤੁਹਾਡੇ ਕੋਲ ਦੋ ਲੈਵਲਸ ਬਣਦੇ ਨੇ 3/2 ਦੇ ਕੋਰਸਪੋਂਡਿੰਗ। ਫਸਟ ਲੈਵਲ is your plus minus half and the other level is your plus minus 3/2 and corresponding to two degenerate level only one transition is possible from plus half to plus minus 3/2। ਤਾਂ ਇੱਥੇ ਕਿੰਨੇ ਸਿਗਨਲ ਤੁਹਾਨੂੰ obtained ਹੁੰਦੇ ਨੇ, ਤੁਹਾਡੇ ਇੱਕ ਸਿਗਨਲ obtained ਹੁੰਦਾ ਹੈ। I repeat again, ਇਸ ਦੇ ਲਈ ਦੇਖੋ ਤੁਹਾਨੂੰ ਕੋਪਰ ਦੀ ਨਿਊਕਲੀਅਰ ਸਪਿਨ ਵੈਲਿਊ ਪਤਾ ਹੋਣੀ ਚਾਹੀਦੀ ਹੈ that is I equal to 3/2 ਹੁੰਦੀ ਹੈ। ਤੇ ਇਹਦੇ ਵਿੱਚ ਤੁਹਾਡੇ ਕਿੰਨੇ ਲੈਵਲਸ ਬਣਦੇ ਨੇ ਇਹ ਧਿਆਨ 'ਚ ਰੱਖਣਾ ਹੈ ਕਿ ਤੁਸੀਂ ਸਟਾਰਟਿੰਗ ਕਿੱਥੋਂ ਕਰਨੀ ਹੈ 3/2 ਤੋਂ ਤੇ ਇਸਨੂੰ ਇੱਕ ਇੱਕ ਘਟਾ ਕੇ ਐਂਡ ਤੱਕ ਲੈ ਕੇ ਜਾਣਾ ਹੈ -3/2 ਤੱਕ। ਤਾਂ ਅਗਰ ਤੁਸੀਂ 3/2 ਚੋਂ 1 ਮਾਈਨਸ ਕਰੋਗੇ ਤਾਂ ਹਾਫ ਬਣੇਗਾ, ਹਾਫ ਚੋਂ 1 ਮਾਈਨਸ ਕਰੋਗੇ ਤਾਂ ਮਾਈਨਸ ਹਾਫ ਐਂਡ ਮਾਈਨਸ ਹਾਫ ਦੇ ਵਿੱਚੋਂ 1 ਮਾਈਨਸ ਕਰੋਗੇ ਤਾਂ -3/2। ਤਾਂ ਕੋਰਸਪੋਂਡਿੰਗ ਟੂ ਦੈਟ ਤੁਹਾਡੇ ਕੋਲ ਦੋ ਲੈਵਲ ਕ੍ਰੀਏਟ ਹੋਣਗੇ ਪਲੱਸ ਹਾਫ ਐਂਡ +-3/2 ਜਿਨ੍ਹਾਂ ਦੋਨਾਂ ਦੀ એનર્ਜੀ ਕੀ ਹੋਏਗੀ ਤੁਹਾਡੀ ਸੇਮ ਹੋਏਗੀ ਐਂਡ ਜਿਸ ਕਰਕੇ ਕੀ ਹੈ ਤੁਹਾਡਾ ਸਿਰਫ ਇੱਕ ਹੀ ਟ੍ਰਾਂਜੀਸ਼ਨ ਪੋਸੀਬਲ ਹੋਏਗੀ ਐਂਡ ਕੋਰਸਪੋਂਡਿੰਗ ਟੂ ਦੈਟ ਟ੍ਰਾਂਜੀਸ਼ਨ ਤੁਹਾਡੇ ਕੋਲ ਸਿਰਫ ਇੱਕ ਹੀ ਸਿਗਨਲ ਇੱਥੇ ਮਿਲੇਗਾ। ਤਾਂ 39 ਦਾ ਆਂਸਰ ਕੀ ਆਏਗਾ ਤੁਹਾਡਾ B ਆਪਸ਼ਨ। ਕੁਐਸਚਨ ਨੰਬਰ 4040 ਕਹਿੰਦੇ ਇਨ ਐਨ IR ਸਪੈਕਟਰਮ ਆਫ ਵਾਟਰ ਜੋ ਕਿ ਤੁਹਾਡੇ ਮੈਟਲ ਦੇ ਨਾਲ ਬੌਂਡਡ ਹੈ ਤੁਹਾਨੂੰ ਕਿੰਨੇ IR ਸਿਗਨਲ ਦੇਗਾ। ਤਾਂ ਸਭ ਤੋਂ ਪਹਿਲਾ ਇੰਪੋਰਟੈਂਟ ਪੁਆਇੰਟ ਕਿ ਜੋ ਤੁਹਾਡਾ ਵਾਈਬ੍ਰੇਸ਼ਨਲ ਸਪੈਕਟਰਮ ਹੈ IR ਸਪੈਕਟਰਮ ਹੈ ਉਹ ਤੁਹਾਨੂੰ ਵਾਈਬ੍ਰੇਸ਼ਨਲ ਰੇਂਜ ਦੇ ਵਿੱਚ ਮਿਲਦਾ ਹੈ। that is the first important point। ਸੈਕਿੰਡ ਇੰਪੋਰਟੈਂਟ ਪੁਆਇੰਟ ਕਿ ਜੋ ਤੁਹਾਡੀ IR ਸਪੈਕਟ੍ਰੋਸਕੋਪੀ ਹੈ ਇਨਫਰਾਰੈਡ ਸਪੈਕਟ੍ਰੋਸਕੋਪੀ ਹੈ ਉਹ ਤੁਸੀਂ ਕਿੱਥੇ ਯੂਜ਼ ਕਰਦੇ ਹੋ, ਤੁਸੀਂ ਯੂਜ਼ ਕਰਦੇ ਹੋ ਇਸਨੂੰ ਫੰਕਸ਼ਨਲ ਗਰੁੱਪ ਦੀ ਡਿਟੈਕਸ਼ਨ ਦੇ ਲਈ ਕਿ ਕਿਸ ਕੰਪਾਊਂਡ ਦੇ ਵਿੱਚ ਕਿਹੜਾ ਫੰਕਸ਼ਨਲ ਗਰੁੱਪ ਤੁਹਾਡਾ ਪ੍ਰੈਜ਼ੈਂਟ ਹੈ ਉਸ ਨੂੰ ਡਿਟੈਕਟ ਕਰਨ ਦੇ ਲਈ IR ਸਪੈਕਟ੍ਰੋਸਕੋਪੀ ਨੂੰ ਆਪਾਂ ਯੂਜ਼ ਕਰਦੇ ਹਾਂ। ਤਾਂ ਦੇਖੋ ਇਹਨਾਂ ਨੇ ਪੁੱਛੇ ਨੇ ਕਿ ਟੋਟਲ ਕਿੰਨੇ IR ਬੈਂਡ ਬਣਨਗੇ, ਵਾਈਬ੍ਰੇਸ਼ਨਲ ਬੈਂਡ ਕਿੰਨੇ ਬਣਨਗੇ। ਤਾਂ ਦੇਖੋ ਸਭ ਤੋਂ ਪਹਿਲਾ ਇੰਪੋਰਟੈਂਟ ਪੁਆਇੰਟ ਕਿ ਜੋ ਤੁਹਾਡਾ ਵਾਟਰ ਹੈ that is your non linear molecule। ਤਾਂ ਨੋਨ ਲੀਨੀਅਰ ਮੋਲੀਕਿਊਲ ਦੇ ਲਈ ਤੁਹਾਡੇ ਕੋਲ ਟੋਟਲ ਨੰਬਰ ਆਫ ਵਾਈਬ੍ਰੇਸ਼ਨਲ ਸਿਗਨਲਸ ਕਿੰਨੇ ਆਉਂਦੇ ਨੇ 3n-6 n ਕੀ ਹੁੰਦੇ ਨੇ ਇੱਥੇ ਨੰਬਰ ਆਫ ਐਟਮ। ਤਾਂ ਵਾਟਰ ਦੇ ਵਿੱਚ ਟੋਟਲ ਐਟਮਸ ਕਿੰਨੇ ਨੇ 3। ਤਾਂ ਅਗਰ ਤੁਸੀਂ ਇੱਥੇ n ਦੀ ਵੈਲਿਊ 3 ਪੁੱਟ ਕਰੋਗੇ ਸੋ ਦੈਟ ਮੀਨਸ ਕੋਰਸਪੋਂਡਿੰਗ ਟੂ ਵਾਟਰ ਤਾਂ ਤੁਹਾਨੂੰ 3 IR ਬੈਂਡਸ ਮਿਲਣਗੇ। ਕੋਰਸਪੋਂਡਿੰਗ ਟੂ ਵਾਟਰ ਤੁਹਾਨੂੰ 3 ਵਾਈਬ੍ਰੇਸ਼ਨਲ ਬੈਂਡਸ ਮਿਲਣਗੇ ਐਂਡ ਇੱਕ ਬੈਂਡ ਕਾਹਦੇ ਕਰਕੇ ਮਿਲੇਗਾ ਤੁਹਾਨੂੰ ਮੈਟਲ ਦਾ ਤੇ ਜੋ ਤੁਹਾਡਾ ਵਾਟਰ ਦੇ ਨਾਲ ਕੋਆਰਡੀਨੇਟ ਬੌਂਡ ਬਣ ਰਿਹਾ ਹੈ ਉਸ ਕਰਕੇ ਇੱਕ ਬੈਂਡ ਤੁਹਾਡਾ ਐਕਸਟਰਾ ਕ੍ਰੀਏਟ ਹੋਏਗਾ। ਤਾਂ देयर आर टोटल 4 bands that appear in your
वाइब्रेशनल स्पेक्ट्रोस्कोपी या IR स्पेक्ट्रोस्कोपी ऑफ योर वाटर बॉन्डेड टू योर मेटल सेंटर। आई रिपीट अगेन, वाटर है ਤਾਂ वाटर नॉन लीनियर होने करके टोटल 3 बैंड्स ਤੁਹਾਡੇ फॉर्म करेगा। 3 बैंड्स ਤੁਹਾਡੇ वाटर तो आ गए एंड द फोर्थ बैंड किस करके आएगा ਤੁਹਾਡਾ मैटल ਤੇ ऑक्सीजन बॉन्ड करके एक थोड़ा फोर्थ बैंड क्रिएट होएगा। सो देयर आर टोटल 4 बैंड जो कि ਤੁਹਾਨੂੰ अवेलेबल मिलणगे अवेलेबल होणगे फ्रॉम योर IR स्पेक्ट्रोस्कोपी। ਤਾਂ 40 ਦਾ आंसर आएगा ਤੁਹਾਡਾ डी ऑप्शन। Question number 41. Based on which of the following compounds the word crystal was used in the name crystal field spectroscopy? ਤਾਂ ਸਭ ਤੋਂ ਪਹਿਲਾਂ ਜੋ ਥੋੜਾ ਕ੍ਰਿਸਟਲ ਸਿਸਟਮ ਦੇਖਿਆ ਗਿਆ ਸੀ ਉਹ ਥੋੜੇ ਕਾਮਨ ਸਾਲਟ ਜੋ ਆਪਾਂ ਘਰੇ ਨਮਕ ਯੂਜ਼ ਕਰਦੇ ਹਾਂ that is your sodium chloride ਉਹਦੇ ਵਿੱਚ ਦੇਖਿਆ ਗਿਆ ਸੀ। ਤੁਸੀਂ ਸਭ ਨੇ ਸੋਲਿਡ ਸਟੇਟ ਦੇ ਵਿੱਚ ਪੜਿਆ ਹੋਣਾ ਹੈ ਕਿ ਜੋ ਥੋੜਾ NaCl ਦਾ ਕ੍ਰਿਸਟਲ ਹੈ ਉਹਦੇ ਵਿੱਚ ਜੋ ਥੋੜਾ Cl ਨੈਗੇਟਿਵ ਹੈ ਉਹ ਥੋੜਾ FCC ਲੈਟਿਸ ਦੇ ਵਿੱਚ ਆਕੂਪਾਈ ਹੁੰਦਾ ਹੈ ਤੇ ਜੋ ਥੋੜਾ ਸੋਡੀਅਮ ਹੈ that occupies your octahedral void ਹੈ ਨਾ। ਤਾਂ ਇਹਨਾਂ ਦੀ ਜੋ ਸ਼ੇਪ ਤੇ ਜਿਓਮੈਟਰੀ ਹੁੰਦੀ ਹੈ ਲੈਟਿਸ ਦੀ ਉਹ ਫਿਕਸਡ ਹੁੰਦੀ ਹੈ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਕਾਮਨ ਸਾਲਟ NaCl ਦੇ ਵਿੱਚ ਇਹ ਪੁਆਇੰਟ ਦੇਖਿਆ ਗਿਆ NaCl ਦੇ ਕ੍ਰਿਸਟਲ ਦੇ ਵਿੱਚ ਜਿਸ ਤੋਂ ਤੁਹਾਡੀ ਕ੍ਰਿਸਟਲ ਫੀਲਡ ਥਿਊਰੀ ਦਾ ਨਾਮ ਪਿਆ। ਤਾਂ 41 ਦਾ ਆਨਸਰ ਕੀ ਆਏਗਾ ਤੁਹਾਡਾ A ਆਪਸ਼ਨ। क्वेश्चन नंबर 42 इन फेरोसिन। देखो सब तो पहला हम ਤੁਹਾਨੂੰ फेरोसिन पता होना चाहिए फेरोसिन है ਤਾਂ फेरोसिन ਕੀ ਹੁੰਦਾ ਹੈ ਤੁਹਾਡਾ that is your cyclopentadienyl anion। this is the structure of your ferosin। ਇਹਦੇ ਵਿੱਚ ਜੋ ਦੇਖੋ फेरोसिन ਦਾ ਸਟਰਕਚਰ ਹੈ ਇਹਦੇ ਵਿੱਚ ਇਹ ਕੀ ਹੈ ਤੁਹਾਡਾ C5H5 ਨੈਗੇਟਿਵ ਫਾਰਮ 'ਚ ਹੈ and that is also C5H ਨੈਗੇਟਿਵ ਫਾਰਮ ਦੇ ਵਿੱਚ ਹੈ। ਤਾਂ ਨੈਗੇਟਿਵ ਨੈਗੇਟਿਵ ਮਤਲਬ ਟੋਟਲ ਕਿੰਨੇ ਨੈਗੇਟਿਵ ਹੋ ਗਏ 2 ਨੈਗੇਟਿਵ। ਤਾਂ ਉਸਨੂੰ ਬੈਲੈਂਸ ਕਰਨ ਦੇ ਲਈ ਆਇਰਨ ਦੀ ਇੱਥੇ ਆਕਸੀਡੇਸ਼ਨ ਸਟੇਟ ਕਿੰਨੀ ਹੁੰਦੀ +2। ਆਇਰਨ ਦੀ ਆਕਸੀਡੇਸ਼ਨ ਸਟੇਟ ਕਿੰਨੀ ਹੁੰਦੀ ਹੈ ਤੁਹਾਡੀ +2 ਹੁੰਦੀ ਹੈ ਐਂਡ that is the question ਕਿ ਜੋ ਤੁਹਾਡਾ ਫੈਰੋਸਿਨ ਹੈ ਉਹਦੇ ਵਿੱਚ ਸੈਂਟਰਲ ਮੈਟਲ ਆਇਨ ਦੀ ਆਕਸੀਡੇਸ਼ਨ ਸਟੇਟ ਕਿੰਨੀ ਪ੍ਰੈਜ਼ੈਂਟ ਹੁੰਦੀ ਹੈ। ਤਾਂ ਦੇਖੋ ਮੈਂ ਰਿਪੀਟ ਕਰ ਦਿੰਦਾ ਹਾਂ ਅਗੇਨ ਤੁਹਾਨੂੰ ਕੀ ਪਤਾ ਚੱਲੇਗਾ। ਦੇਖੋ ਜੋ ਤੁਹਾਡਾ ਸਾਈਕਲੋਪੈਂਟਾਡਾਈਨਲ ਸਿਸਟਮ ਹੈ ਇਹਦੇ ਉੱਪਰ ਨੈਗੇਟਿਵ ਚਾਰਜ ਕਿਉਂ ਆਇਆ ਹੈ ਬਿਕੋਜ਼ ਜਦੋਂ ਇਹਦੇ ਉੱਪਰ ਨੈਗੇਟਿਵ ਚਾਰਜ ਆਉਂਦਾ ਹੈ that becomes 6 pi electron and ਇਹ ਹੱਕਲ ਥਿਊਰੀ ਨੂੰ ਫੋਲੋ ਕਰਕੇ ਐਰੋਮੈਟਿਕ ਸਿਸਟਮ ਬਣ ਜਾਂਦਾ ਹੈ ਜਿਸ ਕਰਕੇ ਇਸ ਲਿਗੈਂਡ ਦੇ ਉੱਪਰ ਚਾਰਜ ਕੀ ਹੁੰਦਾ ਹੈ ਤੁਹਾਡਾ -1। ਤਾਂ -1 ਚਾਰਜ ਉੱਪਰ ਹੈ -1 ਚਾਰਜ ਨੀਚੇ ਹੈ ਤਾਂ ਓਵਰਆਲ ਤੁਹਾਡੇ ਸਟਰਕਚਰ ਦੇ ਉੱਪਰ -2 ਚਾਰਜ ਹੈ। ਤਾਂ ਉਸ ਨੂੰ ਕਾਊਂਟਰ ਬੈਲੈਂਸ ਕਰਨ ਦੇ ਲਈ ਤੁਹਾਡੀ ਜੋ ਸੈਂਟਰਲ ਮੈਟਲ ਆਇਨ ਹੈ ਉਸ ਦੇ ਉੱਪਰ ਚਾਰਜ ਕਿੰਨਾ ਹੋਏਗਾ ਤੁਹਾਡਾ +2 ਚਾਰਜ ਹੋਏਗਾ। ਤਾਂ 42 ਦਾ ਆਨਸਰ ਕੀ ਆਏਗਾ ਤੁਹਾਡਾ C ਆਪਸ਼ਨ। क्वेश्चन नंबर 43 देखो ये जिसਨੂੰ पता होएगा ਉਹੀ ਦੱਸ ਸਕਦਾ ਹੈ। ਇਹਦਾ ਜੋ ਆਨਸਰ ਹੈ ਕਿ ਜੋ ਤੁਹਾਡਾ ਕੋਬਾਲਟ ਹੈ ਉਹ ਤੁਹਾਡਾ 4 ਕੋਆਰਡੀਨੇਸ਼ਨ ਨੰਬਰ ਦੇ ਵਿੱਚ ਕਿਹੜਾ ਕਲਰ ਸ਼ੋ ਕਰਦਾ ਹੈ that is the purely theoretical question। ਇਹਦਾ ਆਨਸਰ ਕੀ ਆਏਗਾ ਤੁਹਾਡਾ ਬਲੂ ਕਲਰ। ਤਾਂ ਜੋ ਤੁਹਾਡੇ ਕੋਬਾਲਟ ਹੁੰਦੇ ਨੇ that is in the coordination number 4 ਉਹ ਕਿਹੜਾ ਕਲਰ ਸ਼ੋ ਕਰਦੇ ਨੇ ਜਨਰਲੀ ਤੁਹਾਡਾ ਬਲੂ ਕਲਰ ਸ਼ੋ ਕਰਦੇ ਨੇ। ਤੁਸੀਂ ਸ਼ਾਇਦ ਕੋਪਰ ਦਾ ਅਗਰ ਐਕਸਪੈਰੀਮੈਂਟ ਕੀਤਾ ਹੈ ਕਦੇ ਲੈਬ ਦੇ ਵਿੱਚ ਜਾਂ ਕੋਪਰ ਦਾ ਕਦੇ ਸਾਲਟ ਦੇਖਿਆ ਹੈ ਤਾਂ ਜੋ ਕੋਪਰ ਦੇ ਸਾਲਟ ਹੁੰਦੇ ਨੇ ਬੜੇ ਹੀ ਬਲੂਇਸ਼ ਕਲਰ ਦੇ ਹੁੰਦੇ ਨੇ। ਉਸੇ ਤਰ੍ਹਾਂ ਜੋ ਤੁਹਾਡੇ ਕੋਬਾਲਟ ਦੇ ਸਾਲਟ ਆਉਂਦੇ ਨੇ ਉਹਨਾਂ ਦਾ ਜੋ ਕਲਰ ਹੁੰਦਾ ਹੈ that is also blue that is also blue। ਬਹੁਤ ਹੀ ਸੋਹਣਾ ਕਲਰ ਹੁੰਦਾ ਹੈ ਤੁਹਾਡੇ ਕੋਪਰ ਤੇ ਕੋਬਾਲਟ ਦਾ ਬਲੂਇਸ਼ ਕਲਰ ਦਾ ਹੁੰਦਾ ਹੈ। ਤਾਂ 43 ਦਾ ਆਨਸਰ ਕੀ ਆਏਗਾ ਤੁਹਾਡਾ C ਆਪਸ਼ਨ। क्वेश्चन नंबर 44 क्वेश्चन नंबर 44 ਕਹਿੰਦੇ ਜੋ ਥੋੜਾ ਐਨਹਾਈਡਰਸ ਦਾ ਮਤਲਬ ਜਿਹਦੇ ਕੋਲ ਪਾਣੀ ਬਿਲਕੁਲ ਨਹੀਂ ਹੈ ਤਾਂ ਜੋ ਥੋੜੇ ਐਨਹਾਈਡਰਸ ਸਾਲਟਸ ਹੁੰਦੇ ਨੇ ਉਹ ਮੋਇਸਚਰ ਨੂੰ ਕੀ ਕਰ ਦਿੰਦੇ ਨੇ ਅਬਜ਼ੌਰਬ ਕਰ ਲੈਂਦੇ ਨੇ। ਤਾਂ ਪੁੱਛ ਰਹੇ ਨੇ ਮੈਗਨੀਸ਼ੀਅਮ ਦਾ ਜੋ ਥੋੜਾ ਸਾਲਟ ਹੈ ਉਹ ਕਿੰਨੇ ਵਾਟਰ ਨੂੰ ਅਬਜ਼ੌਰਬ ਕਰਦਾ ਹੈ। ਸੋ ਇਹਦਾ ਆਨਸਰ ਆਏਗਾ ਤੁਹਾਡਾ B ਆਪਸ਼ਨ। ਜੋ ਥੋੜਾ ਮੈਗਨੀਸ਼ੀਅਮ ਦਾ ਸਾਲਟ ਹੈ ਉਹ ਥੋੜੇ 6th ਵਾਟਰ ਆਫ ਕ੍ਰਿਸਟਲਾਈਜੇਸ਼ਨ ਦੀ ਫਾਰਮੇਸ਼ਨ ਕਰਦਾ ਹੈ। ਜਿੱਦਾਂ ਕਿ ਤੁਸੀਂ ਪੜ੍ਹਿਆ ਹੋਏਗਾ ਲੋਅਰ ਕਲਾਸਿਸ ਦੇ ਵਿੱਚ ਗ੍ਰੀਨ ਵਿਟਰੋਲ ਪੜ੍ਹਿਆ ਹੋਏਗਾ ਤਾਂ ਗ੍ਰੀਨ ਵਿਟਰੋਲ ਦੇ ਵਿੱਚ ਕੀ ਹੁੰਦਾ ਹੈ ਤੁਹਾਡਾ FeSO4.7H2O। ਇਹ ਤੁਸੀਂ ਪੜ੍ਹੇ ਹੋਣਗੇ ਲੋਅਰ ਕਲਾਸਿਸ ਦੇ ਵਿੱਚ ਗ੍ਰੀਨ ਵਿਟਰੋਲ ਵਾਈਟ ਵਿਟਰੋਲ ਦੇ ਵਿੱਚ ਕੀ ਹੁੰਦਾ ਹੈ ਤੁਹਾਡਾ ਜ਼ਿੰਕ ਹੁੰਦਾ ਹੈ Zinc.5H2O। ਸੋ ਜ਼ਿੰਕ ਗ੍ਰੀਨ ਵਿਟਰੋਲ ਬਲੂ ਵਿਟਰੋਲ ਠੀਕ ਹੈ ਬਲੂ ਵਿਟਰੋਲ ਤੁਹਾਡਾ ਆਉਂਦਾ ਹੈ ਕੋਪਰ ਦੇ ਵਿੱਚ ਵਾਟਰ ਆਫ ਕ੍ਰਿਸਟਲਾਈਜੇਸ਼ਨ ਕਿੰਨੇ ਹੁੰਦੇ ਨੇ 5 ਹੁੰਦੇ ਨੇ। ਤਾਂ ਇਹ ਤੁਹਾਡੇ ਨੇਮ ਨੇ ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁੰਦਾ ਹੈ ਜਿੱਦਾਂ ਕਿ ਮੈਗਨੀਸ਼ੀਅਮ ਤੁਹਾਡੇ 6 ਵਾਟਰ ਆਫ ਕ੍ਰਿਸਟਲਾਈਜੇਸ਼ਨ ਬਣਾਉਂਦਾ ਹੈ ਗ੍ਰੀਨ ਵਿਟਰੋਲ 7 ਤੁਹਾਡਾ ਵਾਈਟ ਦੇ ਵਿੱਚ 5 ਹੁੰਦੇ ਨੇ ਬਲੂ ਵਿਟਰੋਲ ਦੇ ਵਿੱਚ ਅਗੇਨ 5 ਹੁੰਦੇ ਨੇ।
ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਇਨਆਰਗੈਨਿਕ ਜੋ ਹੁੰਦੀ ਹੈ ਨਾ, ਸਮਟਾਈਮਸ ਇਨਆਰਗੈਨਿਕ ਦੇ ਜੋ ਕੁਐਸਚਨਸ ਨੇ ਉਹ ਥਿਓਰੈਟੀਕਲ ਕੁਐਸਚਨਸ ਆ ਜਾਂਦੇ ਨੇ ਕਿ ਮਤਲਬ ਦੱਸੋ, ਜਿਹਨੂੰ ਯਾਦ ਹੋਏਗਾ ਉਹੀ ਉਸਦਾ ਆਨਸਰ ਕਰ ਸਕਦਾ ਹੈ, ਜਿਸ ਨੂੰ ਨਹੀਂ ਪਤਾ ਉਹ ਇਸ ਦੇ ਵਿੱਚ ਕੋਈ ਨਹੀਂ ਕਰ ਸਕਦਾ। ਉਹ ਕੀ ਕਰੇਗਾ, ਬਸ ਉੱਥੇ ਹਿੱਟ ਐਂਡ ਟਰਾਇਲ ਮੈਥਡ ਲਗਾਏਗਾ, ਹਾਂ ਬਈ ਆਹ ਆਪਸ਼ਨ ਟਿਕ ਕਰ ਦੇ। ਤਾਂ ਇਹਦੇ ਵਿੱਚ ਕੋਈ ਕਨਸੈਪਟ ਨਹੀਂ ਹੈ, ਇਹਨਾਂ ਨੂੰ ਬਸ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁੰਦਾ ਹੈ। ਕੁਐਸਚਨ ਨੰਬਰ 45, ਦਾ ਮੇਜਰ ਯੂਜ਼ ਆਫ ਸੋਡੀਅਮ ਕਾਰਬੋਨੇਟ। ਦੇਖੋ ਜੋ ਸੋਡੀਅਮ ਕਾਰਬੋਨੇਟ ਹੈ ਕਹਿੰਦੇ ਉਸ ਨੂੰ ਕਿੱਥੇ ਯੂਜ਼ ਕਰਦੇ ਹੋ, ਤਾਂ ਜੋ ਥੋੜਾ ਸੋਡੀਅਮ ਕਾਰਬੋਨੇਟ ਹੁੰਦਾ ਹੈ ਉਹ ਜਨਰਲੀ ਆਪਾਂ ਗਲਾਸ ਬੋਟਲ ਦੀ ਪ੍ਰਿਪਰੇਸ਼ਨ ਦੇ ਲਈ ਪੋਲੀਮਰ ਕੈਮਿਸਟਰੀ ਦੇ ਵਿੱਚ ਕਹਿ ਸਕਦੇ ਹੋ ਉੱਥੇ ਯੂਜ਼ ਕਰਦੇ ਹਾਂ। that is a question from your F block chemistry ਕਿ ਜੋ ਥੋੜਾ ਸੋਡੀਅਮ ਕਾਰਬੋਨੇਟ ਹੈ ਉਸ ਨੂੰ ਆਪਾਂ ਗਲਾਸ ਬੋਟਲ ਦੀ ਫਾਰਮੇਸ਼ਨ ਦੇ ਲਈ ਯੂਜ਼ ਕਰਦੇ ਹਾਂ। ਅਗੇਨ ਪ੍ਰੈਕਟੀਕਲ ਕੁਐਸਚਨ, ਜਿਸ ਨੂੰ ਪਤਾ ਹੋਏਗਾ ਉਹੀ ਇਸਦਾ ਆਨਸਰ ਕਰ ਸਕਦਾ ਹੈ। ਕੁਐਸਚਨ ਨੰਬਰ 46, ਕੋਕ। ਕੋਕ ਕੀ ਹੁੰਦਾ ਹੈ, ਥੋੜਾ ਕਾਰਬਨ, ਇਸ ਨੂੰ ਆਪਾਂ ਬੋਲਦੇ ਹਾਂ ਕੋਕ। ਦੇਖੋ ਜੋ ਥੋੜਾ ਕੋਕ ਹੁੰਦਾ ਹੈ ਜਨਰਲੀ ਥੋੜੇ ਕੈਲਸੀਨੇਸ਼ਨ ਕਰਕੇ ਪ੍ਰੋਡਿਊਸ ਹੁੰਦਾ ਹੈ ਐਂਡ that question is also from your metallurgy। ਕੈਲਸੀਨੇਸ਼ਨ ਦੇ ਵਿੱਚ ਕੀ ਹੁੰਦਾ ਹੈ, ਆਪਾਂ ਇਨਕੰਪਲੀਟ ਬਰਨਿੰਗ ਕਰਵਾਉਂਦੇ ਹਾਂ ਇਨ ਦਾ ਐਬਸੈਂਸ ਆਫ ਆਕਸੀਜਨ। ਇਨਕੰਪਲੀਟ ਬਰਨਿੰਗ ਹੁੰਦੀ ਹੈ ਇੱਥੇ, ਮਤਲਬ ਕੀ ਹੈ, ਤੁਸੀਂ ਸੁਣਿਆ ਹੋਏਗਾ ਆਪਾਂ ਬੋਲਦੇ ਹਾਂ ਨਾ ਕਿ ਅੰਗੀਠੀ ਨੂੰ ਮਤਲਬ ਸੌਂਦੇ ਹੋਏ ਆਪਣੇ ਬੰਦ ਕਮਰੇ ਵਿੱਚ ਲਗਾ ਕੇ ਨਹੀਂ ਪੈਣਾ ਚਾਹੀਦਾ। ਕਿਉਂ? ਕਿਉਂਕਿ ਦੇਖੋ ਜਦੋਂ ਬੰਦ ਕਮਰਾ ਹੁੰਦਾ ਹੈ ਆਕਸੀਜਨ ਦਾ ਫਲੋ ਬਹੁਤ ਘੱਟ ਜਾਂਦਾ ਹੈ ਐਂਡ ਤੁਹਾਨੂੰ ਪਤਾ ਹੈ ਕਿ ਜਦੋਂ ਕੰਬਸ਼ਨ ਲਈ ਆਕਸੀਜਨ ਦੀ ਰਿਕੁਆਇਰਮੈਂਟ ਹੈ, ਅਗਰ ਥੋੜਾ ਜੋ ਹਾਈਡਰੋਕਾਰਬਨ ਪਾਰਟ ਹੈ ਅਗਰ ਉਸਨੂੰ ਪ੍ਰੋਪਰ ਆਕਸੀਜਨ ਮਿਲਦੀ ਹੈ ਤਾਂ ਉਹ ਕਾਹਦੇ ਵਿੱਚ ਕਨਵਰਟ ਹੁੰਦਾ ਹੈ, ਤੁਹਾਡੀ ਕਾਰਬਨ ਡਾਈਆਕਸਾਈਡ ਗੈਸ ਦੇ ਵਿੱਚ ਤੇ ਵਾਟਰ ਵਿੱਚ ਕਨਵਰਟ ਹੁੰਦਾ ਹੈ ਅਗਰ ਕੰਪਲੀਟ ਕੰਬਸ਼ਨ ਹੈ। ਅਗਰ ਕੰਪਲੀਟ ਕੰਬਸ਼ਨ ਨਹੀਂ ਹੈ, ਇਨਕੰਪਲੀਟ ਕੰਬਸ਼ਨ ਹੈ, ਤਾਂ ਉੱਥੇ ਤੁਹਾਡਾ ਕਾਰਬਨ ਮੋਨੋਆਕਸਾਈਡ ਗੈਸ ਬਣਦੀ ਹੈ ਜੋ ਕਿ ਤੁਹਾਡੇ ਲਈ ਪੋਇਜ਼ਨਸ ਸਾਬਿਤ ਹੁੰਦੀ ਹੈ ਬਿਕੋਜ਼ ਕਿ ਜੋ ਕਿ ਤੁਹਾਡਾ ਮਾਇਓਗਲੋਬਿਨ ਥੋੜਾ ਹੀਮੋਗਲੋਬਿਨ ਹੁੰਦਾ ਹੈ ਬਲੱਡ ਦਾ, ਉਹ ਹੀਮੋਗਲੋਬਿਨ ਦੀ ਜੋ that has shows a higher affinity with your carbon monoxide। ਜਿੱਦਾਂ ਹੀ ਕਾਰਬਨ ਮੋਨੋਆਕਸਾਈਡ ਦੀ ਮਾਤਰਾ ਤੁਹਾਡੇ ਆਸ-ਪਾਸ ਵੱਧਦੀ ਹੈ ਉਹ ਤੁਹਾਡੇ ਅੰਦਰ ਜਾਂਦਾ ਹੈ ਐਂਡ ਹੀਮੋਗਲੋਬਿਨ rather to bind with your oxygen ਉਹ ਕਿਹਦੇ ਨਾਲ ਬਾਈਂਡ ਕਰ ਜਾਂਦਾ ਹੈ, ਤੁਹਾਡਾ ਕਾਰਬਨ ਮੋਨੋਆਕਸਾਈਡ ਦੇ ਨਾਲ। ਅਗਰ ਉਹ ਕਾਰਬਨ ਮੋਨੋਆਕਸਾਈਡ ਦੇ ਨਾਲ ਥੋੜਾ ਬਾਈਂਡ ਕਰ ਗਿਆ ਤਾਂ ਜੋ ਤੁਹਾਨੂੰ ਬੋਡੀ ਨੂੰ ਆਕਸੀਜਨ ਪ੍ਰੋਵਾਈਡ ਕਰਨੀ ਸੀ ਬਲੱਡ ਨੇ ਉਹ ਫੰਕਸ਼ਨ ਸਟਾਪ ਹੋ ਜਾਏਗਾ। ਮਤਲਬ ਬੋਡੀ ਪਾਰਟਸ ਨੂੰ ਆਕਸੀਜਨ ਨਹੀਂ ਮਿਲ ਰਹੀ, ਬੋਡੀ ਪਾਰਟਸ ਫੰਕਸ਼ਨ ਕਰਨਾ ਬੰਦ ਕਰ ਜਾਣਗੇ, ਅਲਟੀਮੇਟਲੀ ਕੀ ਹੋ ਜਾਏਗੀ, ਤੁਹਾਡੀ ਡੈਥ ਹੋ ਜਾਏਗੀ। ਸੋ ਜੋ ਥੋੜਾ ਕੋਕ ਪ੍ਰੋਡਿਊਸ ਹੁੰਦਾ ਹੈ ਜਾਂ ਕਾਰਬਨ ਮੋਨੋਆਕਸਾਈਡ ਪ੍ਰੋਡਿਊਸ ਹੁੰਦੀ ਹੈ that is due to the incomplete combustion of your hydrocarbon। ਸੌਰੀ ਇੱਥੇ ਤੁਹਾਡੇ ਕੋਲ ਕੋਕ ਪੁੱਛਿਆ ਹੈ, ਕਾਰਬਨ ਮੋਨੋਆਕਸਾਈਡ ਨਹੀਂ ਪੁੱਛਿਆ। ਅਗਰ ਤੁਹਾਡੇ ਕੋਲ ਕਾਰਬਨ ਮੋਨੋਆਕਸਾਈਡ ਪੁੱਛਦੇ ਤਾਂ ਤੁਸੀਂ ਆਨਸਰ ਕੀ ਲਗਾਉਣਾ ਸੀ, ਇੱਥੇ ਬੀ ਆਪਸ਼ਨ ਲਗਾਉਣਾ ਸੀ। ਇੱਥੇ ਕੀ ਪੁੱਛ ਰਹੇ ਨੇ ਤੁਹਾਡਾ, ਤਾਂ ਇੱਥੇ ਤੁਹਾਨੂੰ ਕੋਕ ਬਾਰੇ ਪੁੱਛ ਰਹੇ ਨੇ ਤਾਂ ਕੋਕ ਲਈ ਆਨਸਰ ਕੀ ਆਏਗਾ ਤੁਹਾਡਾ, ਇਨਕੰਪਲੀਟ ਬਰਨਿੰਗ that is in the absence of your air। ਤਾਂ that is your C option। ਅਗਰ ਕੁਐਸਚਨ ਦੇ ਵਿੱਚ ਤੁਹਾਨੂੰ ਕਾਰਬਨ ਮੋਨੋਆਕਸਾਈਡ ਪੁੱਛਦੇ ਤਾਂ ਤੁਸੀਂ ਟਿਕ ਕਰਨਾ ਸੀ ਬੀ ਆਪਸ਼ਨ। ਨਾਓ ਦੇ ਆਰ ਆਸਕਿੰਗ ਅਬਾਊਟ ਕੋਕ, ਕੋਕ ਪੁੱਛ ਰਹੇ ਨੇ ਕੱਲਾ ਕਾਰਬਨ ਹੈ ਉੱਥੇ ਆਕਸੀਜਨ ਵੀ ਨਹੀਂ। ਅਗਰ ਆਕਸੀਜਨ ਨਹੀਂ ਹੈ ਮਤਲਬ ਆਕਸੀਜਨ ਤਾਂ ਕਰਵਾਈ ਨਹੀਂ ਆਪਾਂ, ਰਿਐਕਸ਼ਨ ਹੀ ਨਹੀਂ ਕਰਵਾਈ ਆਕਸੀਜਨ ਦੇ ਨਾਲ, ਮਤਲਬ ਜੋ ਰਿਐਕਸ਼ਨ ਹੋ ਰਹੀ ਹੈ that is in the absence of air। ਤਾਂ ਇੱਥੇ ਆਨਸਰ ਕੀ ਬਣੇਗਾ ਤੁਹਾਡਾ, ਸੀ ਆਪਸ਼ਨ। ਆਈ ਰਿਪੀਟ ਅਗੇਨ, ਕੋਕ ਹੈ ਇੱਥੇ ਆਕਸੀਜਨ ਨਹੀਂ ਅਟੈਚ, ਅਗਰ ਆਕਸੀਜਨ ਨਹੀਂ ਹੈ that means ਤੁਸੀਂ ਰਿਐਕਸ਼ਨ ਨੂੰ in the absence of oxygen ਕਰਵਾ ਰਹੇ ਹੋ, ਤਾਂ ਕਰਕੇ ਇੱਥੇ ਆਨਸਰ ਆਏਗਾ ਸੀ ਆਪਸ਼ਨ। ਬਟ ਹਾਂ ਅਗਰ ਤੁਹਾਡਾ ਇੱਥੇ ਕਾਰਬਨ ਮੋਨੋਆਕਸਾਈਡ ਦਿੱਤਾ ਹੈ ਮਤਲਬ ਹਾਈਡਰੋਕਾਰਬਨ ਨੇ ਆਕਸੀਜਨ ਨਾਲ ਕੁਝ ਤਾਂ ਰਿਐਕਸ਼ਨ ਕੀਤੀ ਹੈ ਨਾ, ਤਾਂ ਹੀ ਤਾਂ ਇਹ ਕੰਪਾਊਂਡ ਬਣਿਆ ਹੈ, ਤਾਂ ਉੱਥੇ ਆਨਸਰ ਕੀ ਆਣਾ ਸੀ ਤੁਹਾਡਾ, ਬੀ ਆਪਸ਼ਨ। ਤਾਂ ਇੱਥੇ 46 ਦਾ ਜੋ ਆਨਸਰ ਪੁੱਛਿਆ ਗਿਆ ਹੈ that is your C option। I repeat again, ਜੋ ਤੁਹਾਡਾ ਕੁਐਸਚਨ ਨੰਬਰ 48 ਹੈ ਉਹਦੇ ਵਿੱਚ ਪੁੱਛਿਆ ਗਿਆ ਹੈ ਕਿ CFSC ਦੀ ਜੋ ਵੈਲਿਊ ਹੈ ਉਹ ਕੌਣ ਸਾ ਮੈਟਲ ਲਾਰਜੈਸਟ ਸ਼ੋ ਕਰਦਾ ਹੈ। ਤਾਂ ਜੋ ਤੁਹਾਡੀ ਕ੍ਰਿਸਟਲ ਫੀਲਡ ਸਟੇਬਲਾਈਜੇਸ਼ਨ એનર્ਜੀ ਹੈ ਉਹ ਤੁਹਾਡੀ ਡਿਪੈਂਡ ਕਰਦੀ ਹੈ ਲਿਗੈਂਡ ਦੇ ਇੰਟਰੈਕਸ਼ਨ ਦੇ ਨਾਲ। ਤਾਂ ਜਿਹੜੇ ਮੈਟਲ ਜਿੰਨਾ ਜ਼ਿਆਦਾ ਤੁਹਾਡੇ ਲਿਗੈਂਡ ਦੇ ਨਾਲ ਇੰਟਰੈਕਟ ਕਰਨਗੇ ਓਨੀ ਹੀ CFSC ਉਹਨਾਂ ਦੀ ਕੀ ਹੋਏਗੀ, ਤੁਹਾਡੀ ਜ਼ਿਆਦਾ ਹੋਏਗੀ। ਤਾਂ ਮੈਟਲ ਦੇ ਵਿੱਚੋਂ ਜੋ ਤੁਹਾਡੀਆਂ ਡੀ ਔਰਬਾਈਟਲਸ ਹੁੰਦੀਆਂ ਨੇ ਉਹ ਤੁਹਾਡੀਆਂ ਲਿਗੈਂਡ ਦੇ ਨਾਲ ਇੰਟਰੈਕਟ ਕਰਦੀਆਂ ਨੇ, ਐਫ ਔਰਬਾਈਟਲ ਤੁਹਾਡੇ ਲਿਗੈਂਡ ਦੇ ਨਾਲ ਇੰਟਰੈਕਟ ਨਹੀਂ ਕਰਦੇ, ਜਿਸ ਕਰਕੇ ਉਹਨਾਂ ਦੀ ਜੋ CFSC ਹੁੰਦੀ ਹੈ ਉਹ 0 ਹੁੰਦੀ ਹੈ। ਤਾਂ ਸੀ ਤੇ ਡੀ ਆਪਸ਼ਨ ਇਸ ਕਰਕੇ ਰਿਜੈਕਟਡ ਹੈ। ਨਾਓ ਆਊਟ ਆਫ 3D 4D ਦੇ ਵਿੱਚੋਂ ਜਿਵੇਂ ਜਿਵੇਂ ਤੁਸੀਂ ਡਾਊਨ ਦਾ ਗਰੁੱਪ ਜਾਂਦੇ ਹੋ ਡੀ ਔਰਬਿਟਲ ਦਾ ਸਾਈਜ਼ ਵੱਧਦਾ ਹੈ, ਓਨਾ ਜ਼ਿਆਦਾ ਸਪੇਸ ਉਹ ਆਕੂਪਾਈ ਕਰਦੇ ਨੇ। ਜਿੰਨਾ ਜ਼ਿਆਦਾ ਸਪੇਸ ਉਹ ਆਕੂਪਾਈ ਕਰਨਗੇ ਓਨਾ ਹੀ ਉਹ ਜ਼ਿਆਦਾ
ਲੀਗੈਂਡ ਦੇ ਨਾਲ ਇੰਟਰੈਕਟ ਕਰਨਗੇ, ਜਿੰਨਾ ਜ਼ਿਆਦਾ ਉਹ ਲੀਗੈਂਡ ਦੇ ਨਾਲ ਇੰਟਰੈਕਟ ਕਰਨਗੇ ਉਹਨਾਂ ਦੀ ਜੋ CFS ਦੀ ਵੈਲਿਊ ਹੋਏਗੀ ਓਨੀ ਹੀ ਕੀ ਹੋਏਗੀ ਤੁਹਾਡੀ ਜ਼ਿਆਦਾ ਹੋਏਗੀ। ਤਾਂ ਐਜ਼ ਪਰ ਦਾ ਗਿਵਨ ਆਪਸ਼ਨ 48 ਦਾ ਆਂਸਰ ਕੀ ਆਏਗਾ ਤੁਹਾਡਾ ਬੀ ਆਪਸ਼ਨ। 48 ਦਾ ਆਂਸਰ ਕੀ ਆਏਗਾ ਤੁਹਾਡਾ ਬੀ ਆਪਸ਼ਨ। ਕੁਐਸਚਨ ਨੰਬਰ 49 ਕਹਿੰਦੇ ਦਾ ਪ੍ਰੋਡਕਟ ਤੁਹਾਨੂੰ ਜੋ ਮਿਲਿਆ ਹੈ ਕਲੋਰੀਨੇਸ਼ਨ ਆਫ ਐਨ ਬੀਟੇਨ ਤੋਂ, ਕਹਿੰਦੇ ਜੋ ਆਹ ਪ੍ਰੋਡਕਟ ਬਣਿਆ ਹੈ ਉਹ ਕਿਸ ਫਾਰਮ ਹੋਏਗਾ ਮੈਸੋਫਾਰਮ। ਮੈਸੋਫਾਰਮ ਦਾ ਮਤਲਬ ਕੀ ਹੈ ਕਿ ਉਹਦੇ ਵਿੱਚ ਪਲੇਨ ਆਫ ਸਿਮੈਟਰੀ ਪ੍ਰੈਜ਼ੈਂਟ ਹੈ ਜਾਂ ਨਹੀਂ ਹੈ। ਮੈਸੋਫਾਰਮ ਦਾ ਮਤਲਬ ਪਲੇਨ ਆਫ ਸਿਮੈਟਰੀ ਪ੍ਰੈਜ਼ੈਂਟ ਹੈ। ਸੈਕਿੰਡ ਆਪਸ਼ਨ ਰੈਸਿਮਿਕ ਮਿਕਸਚਰ, ਦੈਟ ਮੀਨਸ ਤੁਹਾਡੇ ਕੋਲ ਦੋ ਫਾਰਮ ਬਣਦੇ ਨੇ, ਇੱਕ ਆਰ ਫਾਰਮ ਬਣ ਰਿਹਾ ਹੈ ਔਰ ਇੱਕ ਐਸ ਫਾਰਮ ਬਣਦੀ ਹੈ, ਦੋਨੋਂ ਇਕੁਅਲ ਅਮਾਉਂਟ ਬਣਦੇ ਨੇ, ਇਹ ਇਹਦਾ ਮਤਲਬ ਹੈ ਰੈਸਿਮਿਕ ਮਿਕਸਚਰ ਦਾ। ਦੂਸਰਾ ਹੈ ਡੀ ਫਾਰਮ। ਡੀ ਫਾਰਮ ਦਾ ਮਤਲਬ ਕੀ ਹੈ ਕਿ ਜੋ ਤੁਹਾਡੇ ਪਲੇਨ ਪੋਲਰਾਈਜ਼ਡ ਲਾਈਟ ਨੂੰ ਕਲੋਕਵਾਈਜ਼ ਰੋਟੇਟ ਕਰ ਰਿਹਾ ਹੈ, that is your D form। ਐਂਡ ਜੋ L ਫਾਰਮ ਹੁੰਦੀ ਹੈ that means ਜੋ ਤੁਹਾਡੇ ਪਲੇਨ ਪੋਲਰਾਈਜ਼ਡ ਲਾਈਟ ਨੂੰ ਐਂਟੀ ਕਲੋਕਵਾਈਜ਼ ਡਾਇਰੈਕਸ਼ਨ 'ਚ ਰੋਟੇਟ ਕਰਦਾ ਹੈ। ਨਾਓ ਇੱਕ ਪੁਆਇੰਟ ਧਿਆਨ ਨਾਲ ਸਮਝ ਲਓ ਕਿ ਜੋ ਤੁਹਾਡੇ D ਫਾਰਮ ਤੇ L ਫਾਰਮ ਹੁੰਦੇ ਨੇ ਦੇ ਆਰ ਐਕਸਪੈਰੀਮੈਂਟਲ ਡਾਟਾ। ਆਪਾਂ ਐਕਸਪੈਰੀਮੈਂਟ ਕਰਕੇ ਹੀ ਦੱਸ ਸਕਦੇ ਹਾਂ ਕਿ ਜੋ ਗਿਵਨ ਕੰਪਾਊਂਡ ਹੈ ਉਹ ਤੁਹਾਡਾ D ਫਾਰਮ ਹੈ ਜਾਂ L ਫਾਰਮ। ਇਸ ਕਰਕੇ ਇਹ ਤਾਂ ਇਹਦਾ ਆਂਸਰ ਨਹੀਂ ਆ ਸਕਦੇ ਬਿਕੋਜ਼ that is an can be determined by experimental only। ਨਾਓ ਹੁਣ ਤੁਸੀਂ ਦੇਖ ਸਕਦੇ ਹੋ ਇਸ ਕਾਰਬਨ ਤੇ ਆਹ ਕਾਰਬਨ ਕੀ ਹੈ ਤੁਹਾਡਾ ਕਾਇਰਲ ਹੈ। ਇਸ ਕਾਰਬਨ ਦੇ ਉੱਪਰ ਤੁਹਾਡੇ 4 ਡਿਫਰੈਂਟ ਗਰੁੱਪ ਅਟੈਚ ਨੇ, ਜਿਸ ਕਰਕੇ ਇਹ ਕਾਰਨ ਕੀ ਹੈ ਤੁਹਾਡਾ ਕਾਇਰਲ ਸੈਂਟਰ ਹੈ। ਇਹ ਕੀ ਹੈ ਤੁਹਾਡਾ ਕਾਇਰਲ ਸੈਂਟਰ ਹੈ। ਕਲੀਅਰ ਹੈ ਇੱਥੇ ਤੱਕ ਪੁਆਇੰਟ। ਕੁਐਸਚਨ ਨੰਬਰ 46 ਦੇ ਵਿੱਚ ਦੇਖੋ ਕੀ ਹੈ ਕਿ ਜੋ ਤੁਹਾਡਾ ਕੋਕ ਹੈ ਨਾ, ਕੋਕ ਕੀ ਹੁੰਦਾ ਹੈ ਕਹਿੰਦੇ ਕਾਰਬਨ, ਕਹਿੰਦੇ is produced by that is due to the calcination process, that means incomplete burning ਹੁੰਦੀ ਹੈ in the absence of air। ਮਤਲਬ ਜਦੋਂ ਤੁਸੀਂ ਇੱਕ ਕੋਇਲ ਨੂੰ ਹੀਟ ਕਰਦੇ ਹੋ in the absence of air ਤਾਂ that ਕੀ ਪ੍ਰੋਡਿਊਸ ਕਰਦਾ ਹੈ ਤੁਹਾਡਾ ਕੋਕ ਪ੍ਰੋਡਿਊਸ ਕਰਦਾ ਹੈ। ਠੀਕ ਹੈ, ਧਿਆਨ ਰੱਖਣਾ ਤੇ ਇੱਥੇ ਆਂਸਰ ਕੀ ਆਏਗਾ 46 ਦਾ ਤੁਹਾਡਾ ਸੀ ਆਪਸ਼ਨ। ਬਟ ਜਦੋਂ ਤੁਸੀਂ ਇੱਕ ਹਾਈਡਰੋਕਾਰਬਨ ਦੀ ਇਨਕੰਪਲੀਟ ਕੰਬਸ਼ਨ ਕਰਦੇ ਹੋ ਤਾਂ ਉੱਥੇ ਕੀ ਪ੍ਰੋਡਿਊਸ ਹੁੰਦਾ ਹੈ ਤੁਹਾਡਾ ਕਾਰਬਨ ਮੋਨੋਆਕਸਾਈਡ। ਤਾਂ ਅਗਰ ਤੁਹਾਨੂੰ ਕਾਰਬਨ ਮੋਨੋਆਕਸਾਈਡ ਪੁੱਛਦੇ ਤਾਂ ਆਂਸਰ ਕੀ ਰਿਪੋਰਟ ਕਰਦੇ ਤੁਸੀਂ ਬੀ ਆਪਸ਼ਨ। 46 ਅਤੇ ਕਿਉਂਕਿ ਕੋਕ ਪੁੱਛਿਆ ਹੈ 46 ਦਾ ਆਂਸਰ ਆਏਗਾ ਤੁਹਾਡਾ ਸੀ ਆਪਸ਼ਨ। ਕੁਐਸਚਨ ਨੰਬਰ 47 ਕਹਿੰਦੇ H2O2 is unstable, it decomposes to produce। ਤਾਂ ਜੋ ਤੁਹਾਡਾ H2O2 ਹੁੰਦਾ ਹੈ ਉਹ ਤੁਹਾਡਾ ਡੀਕੰਪੋਜ਼ ਕਰਕੇ ਤੁਹਾਡਾ ਵਾਟਰ ਪਲੱਸ ਆਕਸੀਜਨ ਗੈਸ ਨੂੰ ਕੀ ਕਰਦਾ ਹੈ ਪ੍ਰੋਡਿਊਸ ਕਰਦਾ ਹੈ। ਤਾਂ 47 ਦਾ ਆਂਸਰ ਆਏਗਾ ਤੁਹਾਡਾ ਡੀ ਆਪਸ਼ਨ। ਕੁਐਸਚਨ ਨੰਬਰ 49 the product obtained on chlorination of n-butane will be। ਦੇਖੋ ਗਿਵਨ ਪ੍ਰੋਡਕਟ ਹੈ, ਤੁਸੀਂ ਦੇਖ ਸਕਦੇ ਹੋ ਪ੍ਰੋਡਕਟ ਕੀ ਇਹ ਤੁਹਾਡਾ ਕਾਇਰਲ ਸੈਂਟਰ ਹੈ। ਕਾਇਰਲ ਸੈਂਟਰ ਮਤਲਬ ਇੱਕ ਐਸਾ ਕਾਰਬਨ ਜਿਸ ਤੇ ਜੋ ਤੁਹਾਡੇ 4 ਗਰੁੱਪ ਲੱਗੇ ਨੇ ਡਿਫਰੈਂਟ ਨੇ। ਦੇਖੋ ਹੁਣ ਕਾਇਰਲ ਸੈਂਟਰ ਹੋਣ ਕਰਕੇ ਇਹ ਤੁਹਾਡਾ ਆਰ ਫਾਰਮ ਵੀ ਹੋ ਸਕਦਾ ਹੈ ਤੇ ਐਸ ਫਾਰਮ ਵੀ ਹੋ ਸਕਦਾ ਹੈ। that means there are equal possibility, equal amount ਵਿੱਚ ਹੋਣ ਦੇ ਚਾਂਸਸ ਨੇ, ਤਾਂ ਕਰਕੇ ਇੱਥੇ ਪ੍ਰੋਡਕਟ ਕੀ ਬਣੇਗਾ ਤੁਹਾਡਾ ਰੈਸਿਮਿਕ ਮਿਕਸਚਰ। ਰੈਸਿਮਿਕ ਮਿਕਸਚਰ ਮਤਲਬ ਕਿ ਜਦੋਂ ਤੁਹਾਡੇ ਆਰ ਫਾਰਮ ਤੇ ਐਸ ਫਾਰਮ ਇਕੁਅਲ ਅਮਾਉਂਟ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ that will form your ਰੈਸਿਮਿਕ ਮਿਕਸਚਰ। ਤਾਂ 49 ਦਾ ਆਂਸਰ ਆਏਗਾ ਤੁਹਾਡਾ ਬੀ ਆਪਸ਼ਨ। ਦੇਖੋ ਪਹਿਲਾ ਹੈ ਮੈਸੋਫਾਰਮ। ਮੈਸੋਫਾਰਮ ਦਾ ਮਤਲਬ ਜਿਹਦੇ ਵਿੱਚ ਪਲੇਨ ਆਫ ਸਿਮੈਟਰੀ ਪ੍ਰੈਜ਼ੈਂਟ ਹੈ। ਤਾਂ ਜੋ ਤੁਹਾਡਾ ਗਿਵਨ ਕੰਪਾਊਂਡ ਹੈ that doesn't contain your plane of symmetry ਤਾਂ ਇਹ ਆਪਸ਼ਨ ਤੁਹਾਡਾ ਰਿਜੈਕਟਡ ਹੈ। ਡੀ ਫਾਰਮ ਦਾ ਮਤਲਬ ਕੀ ਹੁੰਦਾ ਹੈ ਕਿ ਜੋ ਤੁਹਾਡੇ ਪਲੇਨ ਪੋਲਰਾਈਜ਼ਡ ਲਾਈਟ ਨੂੰ ਕਲੋਕਵਾਈਜ਼ ਡਾਇਰੈਕਸ਼ਨ 'ਚ ਰੋਟੇਟ ਕਰੇ, that is your D form। ਐਂਡ L ਫਾਰਮ ਦਾ ਮਤਲਬ ਲੀਵੋ ਰੋਟੇਟਰੀ, ਜੋ ਤੁਹਾਡੇ ਪਲੇਨ ਪੋਲਰਾਈਜ਼ਡ ਲਾਈਟ ਨੂੰ ਐਂਟੀ ਕਲੋਕਵਾਈਜ਼ ਡਾਇਰੈਕਸ਼ਨ 'ਚ ਰੋਟੇਟ ਕਰਦੀ ਹੈ, that is your L form। ਐਂਡ D ਐਂਡ L ਫਾਰਮ ਕੀ ਹੁੰਦੇ ਨੇ ਤੁਹਾਡੇ ਐਕਸਪੈਰੀਮੈਂਟਲ ਡਾਟਾ ਹੈ, ਐਕਸਪੈਰੀਮੈਂਟਲ ਰਿਜ਼ਲਟ ਤੋਂ ਹੀ ਕੈਲਕੂਲੇਟ ਕਰ ਸਕਦੇ ਹੋ। ਤਾਂ ਸੀ ਤੇ ਡੀ ਆਪਸ਼ਨ ਵੀ ਇਸਦਾ ਆਂਸਰ ਨਹੀਂ ਆ ਸਕਦੇ। ਤਾਂ 49 ਦਾ ਆਂਸਰ ਆਏਗਾ ਤੁਹਾਡਾ ਬੀ ਆਪਸ਼ਨ। ਕੁਐਸਚਨ ਨੰਬਰ 50 which of the following is the correct order of SN2। ਤਾਂ ਦੇਖੋ SN2 ਦੇ ਵਿੱਚ ਕੀ ਹੁੰਦਾ ਹੈ that is your single step reaction। ਸਿੰਗਲ ਸਟੈਪ ਰਿਐਕਸ਼ਨ ਹੁੰਦੀ ਹੈ, ਓਨਲੀ ਇੱਕ ਟ੍ਰਾਂਜੀਸ਼ਨ ਸਟੇਟ ਬਣਦੀ ਹੈ। ਟ੍ਰਾਂਜੀਸ਼ਨ ਸਟੇਟ ਬਣਦੀ ਹੈ, ਨਿਊਕਲੀਓਫਾਈਲ ਅਟੈਕ ਕਰਦਾ ਹੈ, ਲਿਵਿੰਗ ਗਰੁੱਪ ਬਾਹਰ ਨਿਕਲ ਜਾਂਦਾ ਹੈ। ਤਾਂ ਇਸ ਦੇ ਵਿੱਚ ਜੋ ਆਰਡਰ ਹੁੰਦਾ ਹੈ that is your ਪ੍ਰਾਇਮਰੀ ਹੈਲਾਈਡ, ਦੈਨ ਸੈਕੰਡਰੀ, ਦੈਨ ਟਰਸ਼ਰੀ। ਤਾਂ ਪ੍ਰਾਇਮਰੀ ਹੈਲਾਈਡ ਸਭ ਤੋਂ ਜ਼ਿਆਦਾ ਰਿਐਕਟਿਵ ਹੁੰਦੇ ਨੇ ਗੋਇੰਗ ਟੁਵਾਰਡਸ your SN2। ਕਿਉਂ? ਕਿਉਂਕਿ ਪ੍ਰਾਇਮਰੀ ਹੈਲਾਈਡ ਦੇ ਵਿੱਚ ਨਿਊਕਲੀਓਫਾਈਲ ਈਜ਼ਲੀ ਤੁਹਾਡੇ ਇਲੈਕਟ੍ਰੋਫਿਲਿਕ ਕਾਰਬਨ ਤੇ ਅਟੈਕ ਕਰਕੇ
ਲੀਵਿੰਗ ਗਰੁੱਪ ਨੂੰ ਬਾਹਰ ਨਿਕਾਲ ਸਕਦਾ ਹੈ। ਜਿਵੇਂ ਜਿਵੇਂ ਤੁਹਾਡੇ ਅਲਕਾਈਲ ਹੈਲਾਈਡ ਤੇ ਬਲਕੀਨੈਸ ਵਧੇਗੀ, ਨਿਊਕਲੀਓਫਾਈਲ ਨੂੰ ਅਟੈਕ ਕਰਨਾ ਓਦਾਂ ਮੁਸ਼ਕਿਲ ਹੁੰਦਾ ਜਾਂਦਾ ਹੈ। ਇਸ ਕਰਕੇ SN2 ਦੇ ਵਿੱਚ ਤੁਹਾਡਾ ਪ੍ਰਾਇਮਰੀ ਹੈਲਾਈਡ ਜੋ ਹੁੰਦੇ ਨੇ that are the most reactive and ਜੋ ਤੁਹਾਡੇ ਟਰਸ਼ਰੀ ਹੁੰਦੇ ਨੇ that are the least reactive।